ਮੁਖੜੇ ਵਾਲੇ ਸਤਿਗੁਰ, ਨੂਰੀ ਮੁਖੜੇ ਵਾਲੇ ਸਤਿਗੁਰ, ਕਿਹੜੇ ਦੇਸ਼ ਪਧਾਰ ਗਏ, ਮਾਨ ਸਰੋਵਰ ਵਹਿੰਦੇ ਰਹਿ ਗਏ, ਹੰਸ ਉਡਾਰੀ ਮਾਰ ਗਏ, ਨੂਰੀ ਮੁਖੜੇ ਵਾਲੇ ਸਤਿਗੁਰ। ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਸਭ ਰਸਨਾ ਨੂੰ ਪਵਿੱਤਰ ਕਰੀਏ ਤੇ ਸਭ ਗੱਜ ਕੇ ਆਖੀਏ, ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ। ਸੱਚੇ ਪਾਤਸ਼ਾਹ ਜੀ ਦੀ ਯਾਦ ਵਿੱਚ ਜਦੋਂ ਸਤਿਗੁਰੂ ਰਾਮ ਸਿੰਘ ਜੀ ਨੇ ਵਿਛੋੜਾ ਦਿੱਤਾ, ਤਾਂ ਉਸ ਵਕਤ ਸ਼ਾਇਦ ਅਸੀਂ ਲੋਕ ਤਾਂ ਨਹੀਂ ਸਾਂ, ਹੋ ਸਕਦਾ ਕਿ ਕਿਸੇ ਰੂਪ ਵਿੱਚ ਹੋਈਏ, ਕਿਉਂਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਹੁਕਮ ਦੇ ਵਿੱਚ ਆਉਂਦਾ, ਬਚਨਾਂ ਚ ਆਉਂਦਾ ਕਿ ਨਵਾਂ ਤਾਂ ਕੋਈ ਨਹੀਂ ਰਲਿਆ, ਸਾਰੇ ਪੁਰਾਣੇ ਹੀ ਚੱਲੇ ਆਉਂਦੇ ਨੇ। ਪਰ ਇਹ ਸੁਣਿਆ ਕਿ ਸੱਚੇ ਪਾਤਸ਼ਾਹ ਜੀ ਜਦੋਂ ਚਲੇ ਗਏ ਤੇ ਸਿੱਖਾਂ ਨੇ ਆਪਣੀ ਅੱਖਾਂ ਦੇ ਵਿੱਚ ਅੱਕ ਦੇ ਦੁੱਧ ਚੋ ਲਏ ਕਿ ਅਸੀਂ ਹੁਣ ਤੇਰੇ ਤੋਂ ਬਿਨਾਂ ਕਿਸੇ ਦੇ ਦਰਸ਼ਨ ਨਹੀਂ ਕਰਨੇ। ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਰਾਮ ਵਿਜੋਗੀ, ਔਰ ਹਰ ਵਕਤ ਹਰ ਸਮੇਂ ਸਤਿਗੁਰੂ ਜੀ ਦੇ ਨੇਤਰ ਸਤਿਗੁਰੂ ਰਾਮ ਸਿੰਘ ਜੀ ਦੇ ਵਿਛੋੜੇ ਦੇ ਵਿੱਚ ਭਿੱਜੇ ਰਹਿੰਦੇ, ਨੇਤਰ ਵਗਦੇ ਰਹਿੰਦੇ। ਤੇ ਦੱਸਣ ਵਾਲੇ ਵੀ ਦੱਸਦੇ ਨੇ, ਇਤਿਹਾਸਕਾਰ ਵੀ ਲਿਖਦੇ ਨੇ ਕਿ ਸੱਚੇ ਪਾਤਸ਼ਾਹ ਆਪਣੇ ਨੇਤਰਾਂ ਦੀ ਜੋਤ ਤੱਕ ਗਵਾ ਲਈ। ਸਤਿਗੁਰੂ ਪ੍ਰਤਾਪ ਸਿੰਘ ਜੀ ਆਪਣੇ ਪਵਿੱਤਰ ਉਪਦੇਸ਼ ਦੇ ਵਿੱਚ ਇੱਕ ਫਾਰਸੀ ਦਾ ਸ਼ੇਰ ਪੜ੍ਹਿਆ ਕਰਦੇ ਸਨ ਕਿ ਆਸ਼ਿਕਾਰਾ ਨਵ ਨਿਸ਼ਾਨੀ ਐ ਪਿਸਰ, ਰੰਗ ਜ਼ਰਦੋ ਆਹ ਸਰਦੋ ਚਸ਼ਮ ਤਰ, ਕਮ ਖੁਰਦਨੀ ਖਾਬੇ ਹਰਾਮ। ਇਹ ਆਸ਼ਿਕਾਂ ਦੀਆਂ ਨਿਸ਼ਾਨੀਆਂ ਜਿਹੜੀਆਂ ਨੇ ਉਹ ਕੈਸੀਆਂ ਹੁੰਦੀਆਂ ਨੇ। ਮੈਨੂੰ ਯਾਦ ਆ, ਸਭ ਗੱਜ ਕੇ ਆਖੀਏ ਧੰਨ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ। ਇੱਕ ਵਾਰ ਫੇਰ ਰਸਨਾ ਪਵਿੱਤਰ ਕਰੀਏ, ਗੱਜ ਕੇ ਆਖੀਏ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਧੰਨ ਸਤਿਗੁਰੂ ਜੀ ਦੀ ਸਿਫਤ। 2009 ਦੀ ਗੱਲ ਆ ਕਿ ਫਗਵਾੜੇ 5 ਭਾਦਰੋਂ ਦਾ ਮੇਲਾ ਮਨਾਇਆ ਗਿਆ। ਨਾਮਧਾਰੀ ਪੰਥ ਵਿੱਚ ਹਰੇਕ ਜਗ੍ਹਾ ਮਨਾਇਆ ਜਾਂਦਾ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਵਿਛੋੜੇ ਦਾ ਦਿਨ। ਉੱਥੇ ਮੈਂ ਵੀ ਗਿਆ ਤੇ ਮੇਰਾ ਦੀਵਾਨ ਸੀ, ਤੇ ਉਹਨਾਂ ਨੇ ਆਖਿਆ ਕਿ ਤੁਸੀਂ ਦੀਵਾਨ ਲਾਉਣਾ ਆ, ਤੇ ਮੈਂ ਦੀਵਾਨ ਉੱਥੇ ਲਾਇਆ। ਤੇ ਬਹੁਤ ਸਾਰੇ ਬਜ਼ੁਰਗ ਉੱਥੇ ਬੈਠੇ ਸਨ, ਮੇਰੇ ਨਾਨਕੇ ਪਰਿਵਾਰ ਦੇ ਵਿੱਚੋਂ ਵੀ, ਮੇਰੇ ਨਾਨਾ ਜੀ, ਉਹਨਾਂ ਦੇ ਭਰਾ ਸਾਰੇ, ਜਿਹੜੇ ਕਿ ਸੰਤ ਪ੍ਰੀਤਮ ਸਿੰਘ ਉਹਨਾਂ ਦੇ ਭਰਾ ਸੀਗੇ, ਉਹਨਾਂ ਦੇ ਵਾਰੇ ਵਾਲੇ ਜਥੇ ਦੇ। ਤੇ ਮੈਂ ਉਹਨਾਂ ਨੂੰ ਸਾਰਿਆਂ ਨੂੰ ਅਰਜ਼ ਕੀਤੀ ਕਿ ਮੈਨੂੰ ਤੁਸੀਂ ਆਖਿਆ ਆ ਕਿ ਤੂੰ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਵਿਛੋੜੇ ਦੀ ਗੱਲ ਸੁਣਾ, ਔਰ ਤੁਸੀਂ ਸਾਰੇ ਜਿਹੜੇ ਬਜ਼ੁਰਗ ਵਿਚਾਰੇ ਕਈ ਕੁਰਸੀਆਂ ਤੇ ਬੈਠੇ ਸੀ ਤੇ ਕਈ ਕੰਧ ਨਾਲ ਢਾਸਰਾ ਲਾ ਕੇ ਬੈਠੇ ਸੀ। ਔਰ ਮੈਂ ਸਾਧ ਸੰਗਤ ਜੀ ਵੇਖਿਆ ਕਿ ਜਦੋਂ ਇਹ ਗੱਲ ਚੱਲ ਰਹੀ ਸੀ ਨਾ, ਤਾਂ ਉਸ ਵਕਤ ਉਹ ਸਾਰਿਆਂ ਦੇ ਨੇਤਰ ਕਿੱਦਾਂ ਸਜਲ ਸਨ, ਤੇ ਉਹ ਕਿਸ ਤਰ੍ਹਾਂ, ਉਹਨਾਂ ਦੇ ਚਿਹਰੇ ਕਿਸ ਤਰ੍ਹਾਂ ਦੇ ਸਨ ਕਿ ਵਿਛੋੜੇ ਨੂੰ ਮਹਿਸੂਸ ਕਰ ਰਹੇ ਸਨ, ਉਹਨਾਂ ਨੇ ਵੇਖਿਆ ਸੀ। ਮੈਂ ਉਹਨਾਂ ਬਜ਼ੁਰਗਾਂ ਨੂੰ ਅਰਜ਼ ਕੀਤੀ ਕਿ ਤੁਸੀਂ ਉਸ ਵਿਛੋੜੇ ਨੂੰ, ਉਸ ਦਰਦ ਨੂੰ, ਉਸ ਸਮੇਂ ਨੂੰ ਅੱਖੀਂ ਵੇਖਿਆ ਹੈ, ਹੱਡੀ ਹੰਢਾਇਆ ਹੈ, ਅਸੀਂ ਕੀ ਦੱਸ ਸਕਦੇ ਹਾਂ ਇਹ ਗੱਲ। ਠੀਕ ਹੈ, ਤੁਸੀਂ ਮੈਨੂੰ ਖੜੇ ਕਰ ਦਿੱਤਾ। ਮੈਂ ਜੋ ਜਥੇਦਾਰਾਂ ਤੋਂ ਸੁਣਿਆ, ਜੋ ਬਜ਼ੁਰਗਾਂ ਤੋਂ ਸੁਣਿਆ, ਜੋ ਤੁਹਾਡੇ ਤੋਂ ਸੁਣਿਆ, ਜੋ ਕਿਤਾਬਾਂ ਚੋਂ ਪੜ੍ਹਿਆ, ਉਹ ਮੈਂ ਵੇਖ ਕੇ, ਸੁਣ ਕੇ, ਯਾਦ ਕਰਕੇ ਤੁਹਾਨੂੰ ਪ੍ਰਸੰਗ ਸੁਣਾ ਦਾਂਗਾ। ਪਰ ਜਿਹੜੀ ਵਿਛੋੜੇ ਦੀ ਸੱਟ ਤੁਸੀਂ ਆਪਣੇ ਸੀਨੇ ਤੇ ਲਈ ਫਿਰਦੇ ਹੋ, ਵਿਛੋੜੇ ਦਾ ਫੱਟ, ਵਿਛੋੜੇ ਦਾ ਜ਼ਖਮ ਤੁਸੀਂ ਆਪਣੀ ਆਤਮਾ ਤੇ ਚੱਕੀ ਫਿਰਦੇ ਹੋ, ਉਹ ਤਾਂ ਤੁਸੀਂ ਹੀ ਬਿਆਨ ਕਰ ਸਕਦੇ ਹੋ, ਅਸੀਂ ਕੀ ਬਿਆਨ ਕਰੀਏ। ਪਰ ਇਹ ਵਕਤ ਸਾਰਿਆਂ ਤੇ ਆਉਣਾ ਸੀ। ਮੇਰੇ ਵਾਸਤੇ ਸੰਤ ਪਰਮਜੀਤ ਸਿੰਘ ਜੀ ਨੇ ਇੱਕ ਬੜੀ ਵੱਡੀ ਇਮਤਿਹਾਨ ਦੀ ਜਿਹੜੀ ਘੜੀ ਰੱਖ ਦਿੱਤੀ ਆ, ਇੱਕ ਬੜਾ ਐਸਾ ਵਿਸ਼ਾ ਰੱਖ ਦਿੱਤਾ ਆ ਜਿਹਦੇ ਬਾਰੇ ਜ਼ਿਕਰ ਕਰਨਾ ਜਾਂ ਜਿਹਦੇ ਬਾਰੇ ਸਾਂਝ ਕਰਨੀ, ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਤਾਂ ਮੈਂ ਉਹ ਬਿਆਨ ਸ਼ਬਦਾਂ ਵਿੱਚ ਕਰਨ ਦੀ ਕੋਸ਼ਿਸ਼ ਕਰ ਸਕਦਾ ਆ, ਪਰ ਉਹ ਬਿਆਨਿਆ ਨਹੀਂ ਜਾ ਸਕਦਾ, ਉਹ ਦੁੱਖ ਬਿਆਨਿਆ ਨਹੀਂ ਜਾ ਸਕਦਾ। ਵਿਛੜ ਗਏ ਮੇਰੇ ਦਿਲ ਦੇ ਮਹਿਰਮ, ਸਿਰ ਦੇ ਗਏ ਭਾਰ ਦੁੱਖਾਂ ਦੇ।
ਤੇ ਸੱਚੇ ਪਾਤਸ਼ਾਹ ਸਤਿਗੁਰੂ ਜਗਜੀਤ ਸਿੰਘ ਜੀ, ਦੁਨੀਆ ਦੇ ਵਿੱਚ ਇਹ ਗੱਲ ਫੈਲੀ ਹੋਈ ਸੀਗੀ ਕਿ 2012 ਦੇ ਵਿੱਚ ਦੁਨੀਆ ਖਤਮ ਹੋ ਜਾਣੀ ਹੈ। ਨਾਸਟਰੇਡਮਸ ਦੀ ਕੋਈ ਭਵਿੱਖਬਾਣੀ ਦੀ ਗੱਲ ਚੱਲਦੀ ਸੀ ਕਿ ਦੁਨੀਆ ਖਤਮ ਹੋ ਜਾਣੀ ਹੈ। ਮੇਰੇ ਤਾਇਆ ਜੀ ਸੰਤ ਅਜੀਤ ਸਿੰਘ ਲਾਇਲ ਦੀਆਂ ਸਤਰਾਂ ਨੇ ਮੈਨੂੰ ਪੂਰੀਆਂ ਨਹੀਂ ਯਾਦ, ਪਰ ਉਹਨਾਂ ਨੇ ਕੁਛ ਇਸ ਤਰ੍ਹਾਂ ਲਿਖਿਆ ਕਿ ਪਤਾ ਨਹੀਂ ਦੁੱਖ ਕਿੱਡਾ ਕੁ ਸੀ ਜੋ ਤੁਸੀਂ ਤਨ ਹੰਢਾਇਆ। ਪਤਾ ਨਹੀਂ ਸੱਚੇ ਪਾਤਸ਼ਾਹ ਇਸ ਸੰਸਾਰ ਦੇ ਉੱਤੇ ਕਿੰਨਾ ਕੁ ਦੁੱਖ ਸੀ, ਕਿੰਨਾ ਕੁ ਭਾਰੀ ਕਸ਼ਟ ਆਉਣਾ ਸੀ, ਜਿਹੜਾ ਕਿ ਆਪ ਜੀ ਨੇ ਆਪਣੇ ਤਨ ਤੇ ਲੈ ਕੇ ਉਸ ਨੂੰ ਜ਼ਰ ਕੇ ਸਾਰੇ ਸੰਸਾਰ ਦੇ ਦੁੱਖ ਦਾ ਹਰਨ ਕਰ ਲਿਆ, ਸਾਰੇ ਸੰਸਾਰ ਦੇ ਦੁੱਖ ਨੂੰ ਖਤਮ ਕਰ ਲਿਆ, ਆਪਣੇ ਤੇ ਉਹ ਦੁੱਖ ਲੈ ਲਿਆ। ਸਾਧ ਸੰਗਤ ਜੀ, ਇਹੀ ਦਿਨ ਸੀ। ਅੱਜ ਮੈਂ ਇੱਥੇ ਲੁਧਿਆਣੇ ਬੈਠਾ ਆ ਕਿ ਅੱਜ ਵੀ ਅਸਮਾਨ ਦੇ ਵਿੱਚ ਬੱਦਲ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਰੀਬਨ ਮਹੀਨੇ ਤੋਂ ਸਤਿਗੁਰੂ ਪ੍ਰਤਾਪ ਸਿੰਘ ਹਸਪਤਾਲ ਦੀ ਤੀਸਰੀ ਮੰਜ਼ਿਲ ਤੇ ਜ਼ੇਰੇ ਇਲਾਜ ਸਨ। ਸਾਧ ਸੰਗਤ ਦਰਸ਼ਨ ਕਰਨ ਆਉਂਦੀ, ਕਿਸੇ ਕਿਸੇ ਦਿਨ ਲੋਕ ਸਾਧ ਸੰਗਤ ਜਾਂ ਦਰਸ਼ਨ ਕਰਨ ਆਉਂਦੀ ਤਾਂ ਉਹਨਾਂ ਨੂੰ ਦਰਸ਼ਨ ਸ਼ੀਸ਼ੇ ਦੇ ਵਿੱਚੋਂ ਦੀ ਕਰਾਏ ਜਾਂਦੇ। ਬਹੁਤੀ ਵਾਰ ਜਿਸ ਦਿਨ ਸਤਿਗੁਰੂ ਜੀ ਦੇਹ ਜਰਾ ਜ਼ਿਆਦਾ ਢਿੱਲੀ ਹੁੰਦੀ ਸੀ ਤਾਂ ਉਸ ਵਕਤ ਬਾਹਰੋਂ ਹੀ ਹਸਪਤਾਲ ਨੂੰ ਹੀ ਸੜਕ ਤੋਂ ਹੀ ਸਾਧ ਸੰਗਤ ਮੱਥਾ ਟੇਕ ਟੇਕ ਕੇ ਜਾਂਦੀ ਸੀ। ਪਰ ਸਾਰਿਆਂ ਨੂੰ ਇਸ ਗੱਲ ਦਾ ਨਿਸ਼ਚਾ ਸੀ, ਇੱਕ ਯਕੀਨ ਜਿਹਾ ਸੀ ਕਿ ਅੱਗੇ ਵੀ ਸੱਚੇ ਪਾਤਸ਼ਾਹ ਬੜੀ ਵਾਰੀ ਇਸ ਤਰ੍ਹਾਂ ਦਾ ਕੌਤਕ ਕੀਤਾ ਆ ਤੇ ਐਤਕੀ ਵੀ ਹੁਣ ਸੱਚੇ ਪਾਤਸ਼ਾਹ ਜਲਦੀ ਸ੍ਰੀ ਭੈਣੀ ਸਾਹਿਬ ਆਣ ਕੇ ਦਰਸ਼ਨ ਦੇਣਗੇ। ਆਪਾਂ ਸਾਰਿਆਂ ਨੂੰ ਯਾਦ ਆ ਕਿ ਜਦੋਂ ਸੱਚੇ ਪਾਤਸ਼ਾਹ ਯੂਪੀ ਦੇ ਦੌਰੇ ਤੇ ਦੇਹ ਢਿੱਲੀ ਹੋਈ, ਕੈਸੀ ਅਵਸਥਾ ਸੀ। ਦਿੱਲੀ ਦੇ ਵਿੱਚ ਸੱਚੇ ਪਾਤਸ਼ਾਹ ਜੀ ਦੇ ਇਲਾਜ ਰਹੇ ਔਰ ਸੱਚੇ ਪਾਤਸ਼ਾਹ ਜਦੋਂ ਵਾਪਸ ਸ੍ਰੀ ਭੈਣੀ ਸਾਹਿਬ ਆਏ ਨਾ, ਕੁਝ ਬਚਨ ਕਰਨ ਲੱਗੇ ਤਾਂ ਸੱਚੇ ਪਾਤਸ਼ਾਹ ਇੱਕ ਦਿਨ ਬਚਨ ਕੀਤਾ, ਸਾਧ ਸੰਗਤ ਜੀ, ਇੱਕ ਵਾਰੀ ਤਾਂ ਮੈਂ ਚਲਿਆ ਗਿਆ ਸੀ ਤੇ ਫੇਰ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਮੈਨੂੰ ਹੁਕਮ ਕੀਤਾ, ਦਰਸ਼ਨ ਦਿੱਤੇ ਤੇ ਆਖਿਆ ਕਿ ਕਾਕਾ ਤੂੰ ਸਾਧ ਸੰਗਤ ਨੂੰ ਸੱਚੇ ਪਾਤਸ਼ਾਹ ਸਤਿਗੁਰੂ ਰਾਮ ਸਿੰਘ ਦੇ ਦਰਸ਼ਨ ਕਰਾਉਣੇ ਨੇ। ਮੈਂ ਇਸ ਕਰਕੇ ਵਾਪਸ ਆ ਗਿਆ। ਸਾਧ ਸੰਗਤ ਨੂੰ ਐਤਕਾਂ ਵੀ ਇਸੇ ਤਰ੍ਹਾਂ ਹੀ ਉਮੀਦ ਸੀ ਕਿ ਸੱਚੇ ਪਾਤਸ਼ਾਹ ਜੀ ਦਾ ਕੋਈ ਕੌਤਕ ਹੈ ਔਰ ਉਹਨਾਂ ਨੇ ਦਰਸ਼ਨ ਦੇਣੇ ਨੇ। ਜਗ੍ਹਾ ਜਗ੍ਹਾ ਸਾਧ ਸੰਗਤ ਸੱਚੇ ਪਾਤਸ਼ਾਹ ਜੀ ਦੀ ਦੇਹ ਰੋਗਤਾ ਵਾਸਤੇ ਸ਼ਹਿਰਾਂ ਦੇ ਵਿੱਚ, ਪਿੰਡਾਂ ਦੇ ਵਿੱਚ, ਵਿਦੇਸ਼ਾਂ ਦੇ ਵਿੱਚ ਨਿਤਨੇਮ ਕਰ ਰਹੀ ਸੀ। ਵਰਨੀਆਂ ਹੋ ਰਹੀਆਂ ਸਨ, ਹਵਨ ਹੋ ਰਹੇ ਸਨ, ਪਾਠ ਹੋ ਰਹੇ ਸਨ। ਸੱਚੇ ਪਾਤਸ਼ਾਹ ਜੀ ਵੀ ਕਿਰਪਾ ਕਰਨ ਵੀ ਜਲਦੀ ਸ੍ਰੀ ਭੈਣੀ ਸਾਹਿਬ ਦਰਸ਼ਨ ਦੇਣ। ਅਸੀਂ ਵੀ ਕਰੀਬ ਸੱਚੇ ਪਾਤਸ਼ਾਹ ਜੀ ਰੋਜ਼ ਦਰਸ਼ਨ ਕਰਨ ਜਾਂਦੇ, ਉੱਥੇ ਜਾ ਕੇ ਹਾਜ਼ਰੀ ਲਵਾਉਂਦੇ, ਚਾਹੇ ਦਰਸ਼ਨ ਨਹੀਂ ਵੀ ਹੁੰਦੇ ਸੀ। ਕਈ ਵਾਰੀ ਬਹੁਤ ਵਾਰ ਦਰਸ਼ਨ ਨਹੀਂ ਵੀ ਸੀ ਹੁੰਦੇ ਕਿਉਂਕਿ ਡਾਕਟਰ ਪਰਮਿਸ਼ਨ ਨਹੀਂ ਸੀ ਇਸ ਗੱਲ ਦੀ ਦਿੰਦੇ। ਪਰ ਜਦੋਂ ਫਿਰ ਦਰਸ਼ਨ ਹੋਣੇ ਵੀ ਆਰੰਭ ਹੋਏ ਤਾਂ ਹਸਪਤਾਲ ਦੀ ਤੀਸਰੀ ਮੰਜ਼ਿਲ ਦੇ ਉੱਤੇ ਸੱਚੇ ਪਾਤਸ਼ਾਹ ਜੀ ਦਾ ਬੈੱਡ ਜਿਹੜਾ ਸੀ ਉਹ ਸ਼ੀਸ਼ਿਆਂ ਦੇ ਕੋਲ, ਬਾਹਰ ਖਿੜਕੀ ਦੇ ਕੋਲ, ਬਾਲਕੋਨੀ ਦੇ ਕੋਲ ਰੱਖਿਆ ਸੀ ਤੇ ਸਾਧ ਸੰਗਤ ਪੌੜੀਆਂ ਰਾਹੀਂ ਚੜ੍ਹਦੀ ਤੇ ਚੜ੍ਹ ਕੇ ਸਾਰੇ ਜਾਣੇ ਨਮਸਕਾਰ ਕਰਦੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅਵਸਥਾ ਇਹ ਜੋ ਇਸ ਤਰ੍ਹਾਂ ਸੀ ਕਿ ਹੱਥ ਵਿੱਚ ਮਾਲਾ ਨਹੀਂ ਸੀ ਹੁੰਦੀ, ਗਲ 'ਚ ਮਾਲਾ ਹੁੰਦੀ ਸੀ, ਨੇਤਰ ਬੰਦ ਹੁੰਦੇ ਸਨ, ਆਕਸੀਜਨ ਵੀ ਸੱਚੇ ਪਾਤਸ਼ਾਹ ਜੀ ਦੀ ਕਈ ਵਾਰ ਲੱਗੀ ਹੁੰਦੀ ਸੀ, ਡ੍ਰਿਪ ਲੱਗੀ ਹੁੰਦੀ ਸੀ। ਪਰ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਹਸਤ ਕਮਲ ਸੀ ਨਾ, ਜਿਹੜਾ ਉਂਗਲਾਂ ਨਾਲ ਸਤਿਗੁਰੂ ਜੀ ਮਾਲਾ ਫੇਰਦੇ ਸਨ, ਉਹ ਲਗਾਤਾਰ ਵੈਸੇ ਹੀ ਚੱਲਦਾ ਸੀ। ਵੈਸੇ ਹੀ ਸੱਚੇ ਪਾਤਸ਼ਾਹ ਜੀ ਦੇ ਬੁੱਲ ਫੜਕਦੇ ਸੀ ਲਗਾਤਾਰ ਨਿਤਨੇਮ ਕਰਦਿਆਂ ਦੇ ਔਰ ਵੈਸੇ ਹੀ ਸੱਚੇ ਪਾਤਸ਼ਾਹ ਦੇ ਹੱਥ ਚੱਲਦੇ ਸਨ। ਸਾਧ ਸੰਗਤ ਨੇ ਜਾਣਾ, ਸਾਰਿਆਂ ਦੇ ਸਾਡੇ ਮਨ ਦੁਖੀ ਹੋਣੇ, ਔਖੇ, ਅਸੀਂ ਪਰੇਸ਼ਾਨ ਹੋ ਜਾਣਾ ਵੀ ਸੱਚੇ ਪਾਤਸ਼ਾਹ ਜੀ ਆਪ ਜੀ ਇਹ ਕੈਸੀ ਰਜਾ ਹੈ, ਕੈਸੀ ਕਲਾ ਵਰਤਾ ਰਹੇ ਹੋ, ਕਿਰਪਾ ਕਰੋ, ਬਖਸ਼ਿਸ਼ ਕਰੋ। ਆਪ ਜੀ ਜਲਦੀ ਸ੍ਰੀ ਭੈਣੀ ਸਾਹਿਬ ਦਰਸ਼ਨ ਦਿਓ, ਜਲਦੀ ਕਿਰਪਾ ਕਰੋ। ਕੁਝ ਦਿਨ ਸੱਚੇ ਪਾਤਸ਼ਾਹ ਜੀ ਦੀ ਸਿਹਤ ਡਾਕਟਰਾਂ ਨੇ ਆਖਿਆ ਵੀ ਅੱਗੇ ਨਾਲੋਂ ਜ਼ਿਆਦਾ ਵਧੀਆ ਹੋ ਗਈ ਹੈ। ਸਾਰਿਆਂ ਦੇ ਮਨ ਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਜਿਹੀ ਆ ਗਈ ਕਿ ਸੱਚੇ ਪਾਤਸ਼ਾਹ ਹੁਣ ਜਲਦੀ ਠੀਕ ਹੋ ਜਾਣਗੇ। ਪਰ ਸੱਚੇ ਪਾਤਸ਼ਾਹ ਦੀ ਆਪਣੀ ਰਜ਼ਾ ਸੀ, ਉਹਨਾਂ ਦੀ ਆਪਣੀ ਰਜ਼ਾ ਸੀ। ਮੈਨੂੰ ਯਾਦ ਆ ਕਿ ਇੱਕ ਵਾਰ ਸੂਬਾ ਰੇਸ਼ਮ ਸਿੰਘ ਜੀ ਕੈਨੇਡਾ ਵਾਲੇ ਤੇ ਸੇਵਕ ਹਰਪਾਲ ਸਿੰਘ ਜੀ ਸੱਚੇ ਪਾਤਸ਼ਾਹ ਜੀ ਦੀ ਮਾਲਿਸ਼ ਕਰ ਰਹੇ ਸਨ ਭੈਣੀ ਸਾਹਿਬ ਤੇ ਸੂਬਾ ਰੇਸ਼ਮ ਸਿੰਘ ਜੀ ਨੇ ਅਰਜ਼ ਕੀਤੀ,
ਹਰਪਾਲ ਸਿੰਘ ਉਹਨਾਂ ਨੂੰ ਆਖਿਆ ਕਿ ਸੱਚ ਪਾਤਸ਼ਾਹ ਕੋ ਅਰਜ਼ ਕਰੋ ਕਿ ਸੱਚੇ ਪਾਤਸ਼ਾਹ ਜੀ ਆਪ ਜੀ ਕਿਰਪਾ ਕਰੋ, ਇਸ ਉਮਰ ਦੇ ਵਿੱਚ ਜਿਹੜੀ ਜੋ ਆਪ ਜੀ ਦੀ ਉਮਰ ਹੈ, ਅਵਸਥਾ ਹੈ, ਸਾਡੇ ਉੱਥੇ ਬਹੁਤ ਗੋਰੇ ਜਿਹੜੇ ਨੇ ਭੱਜੇ ਫਿਰਦੇ ਨੇ, ਉਹ ਨੱਠੇ ਫਿਰਦੇ ਨੇ, ਆਪ ਜੀ ਥੋੜ੍ਹੀ ਜਿਹੀ ਹਿੰਮਤ ਕਰੋ ਤੇ ਆਪ ਜੀ ਤੁਰਿਆ ਫਿਰਿਆ ਕਰੋ ਜ਼ਰਾ ਉੱਠ ਕੇ। ਉਹਨਾਂ ਦਿਨਾਂ 'ਚ ਸੱਚੇ ਪਾਤਸ਼ਾਹ ਜੀ ਨੂੰ ਦੀਵਾਨ ਵਿੱਚ ਵੀ ਜਦੋਂ ਸੱਚੇ ਪਾਤਸ਼ਾਹ ਬਹਿੰਦੇ ਸੀ, ਦੇਹ ਕਰਕੇ ਕੁਛ ਐਸੀ ਅਵਸਥਾ 'ਚ ਥੋੜ੍ਹਾ ਸਹਾਰਾ ਲੈਣਾ ਪੈਂਦਾ ਸੀ, ਉੱਠਣ ਲੱਗਿਆਂ, ਸਹਾਰਾ ਦੇ ਕੇ ਸਿੱਖ ਸੇਵਕ ਜਿਹੜੇ ਉਠਾਉਂਦੇ ਸੀ। ਸੱਚੇ ਪਾਤਸ਼ਾਹ ਜੀ ਦੇ ਕੋਲ ਹਰਪਾਲ ਸਿੰਘ ਉਹਨਾਂ ਨੇ ਅਰਜ਼ ਕੀਤੀ ਕਿ ਗਰੀਬ ਨਵਾਜ ਜੀ, ਸੂਬਾ ਜੀ ਇਹ ਅਰਜ਼ ਕਰਦੇ ਨੇ ਕਿ ਆਪ ਜੀ ਕਿਰਪਾ ਕਰੋ, ਆਪਣੀ ਸਿਹਤ ਤੇ ਕਿਰਪਾ ਕਰੋ, ਬਖਸ਼ਿਸ਼ ਕਰੋ। ਤੇ ਸੱਚੇ ਪਾਤਸ਼ਾਹ ਜੀ ਇੱਕਦਮ ਬਚਨ ਕੀਤਾ ਕਿ ਮੈਨੂੰ ਪਤਾ ਹੈ ਕਿ ਮੈਂ ਆਪਣੀ ਸਿਹਤ ਨੂੰ ਕਿਵੇਂ ਰੱਖਣਾ ਹੈ। ਦੋਵੇਂ ਚੁੱਪ ਕਰ ਗਏ, ਮਾਫ਼ੀ ਮੰਗੀ। ਇਹ ਹੁਣ ਸੱਚੇ ਪਾਤਸ਼ਾਹ ਦੀ ਰਜ਼ਾ ਸੀ ਕਿ ਕਿਸ ਤਰ੍ਹਾਂ ਦੀ ਉਹਨਾਂ ਨੇ ਆਪਣੀ ਸਿਹਤ ਰੱਖਣੀ ਸੀ। ਸਾਧ ਸੰਗਤ ਜੀ, ਤਕਰੀਬਨ 2 ਦਿਨ ਪਹਿਲੋਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਣੀ, ਉਹ ਵੀ ਸੱਚੇ ਪਾਤਸ਼ਾਹ ਜੀ ਦੇ ਬਹੁਤ ਹੀ ਸ਼ਰਧਾਲੂ ਸਨ। ਉਹ ਵੀ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਹਸਪਤਾਲ ਆਏ ਤੇ ਉਸ ਵਕਤ ਉਹ ਦਰਸ਼ਨ ਕਰਕੇ ਕੋਈ ਬਚਨ ਤਾਂ ਨਹੀਂ ਸੀ ਸੱਚੇ ਪਾਤਸ਼ਾਹ ਜੀ ਕਰਦੇ, ਪਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੁਣੀ ਵੀ ਚਰਨਾਂ ਵੱਲ ਖੜੋ ਕੇ ਮੱਥਾ ਟੇਕ ਕੇ ਕਾਫ਼ੀ ਦੇਰ ਖੜੋਤੇ ਰਹੇ ਔਰ ਉਹ ਵੀ ਵੈਰਾਗੀ ਹੋਏ ਸਨ। ਉਹਨਾਂ ਦੇ ਨੇਤਰਾਂ 'ਚ ਵੀ ਜਲ ਸੀ ਕਿ ਸੱਚੇ ਪਾਤਸ਼ਾਹ ਨੇ ਕੈਸੀ ਕਲਾ ਵਰਤਾਈ ਹੈ, ਕੈਸਾ ਪਤਾ ਨਹੀਂ ਕਿਹੜਾ ਭਾਣਾ ਵਰਤਾ ਦੇਣਾ ਹੈ। ਹੋਰ ਰੋਜ਼ ਸ਼ਾਮ ਨੂੰ ਹਜ਼ੂਰ ਸਤਿਗੁਰੂ ਜੀ ਵੀ, ਸਤਿਗੁਰੂ ਉਦੇ ਸਿੰਘ ਜੀ, ਮਾਤਾ ਚੰਦ ਕੌਰ ਜੀ, ਸਾਰਾ ਗੁਰੂ ਪਰਿਵਾਰ, ਸਾਰੇ ਸੇਵਕ ਜਿਹੜੇ ਨਿਕਟਵਰਤੀ ਸੇਵਕ, ਮਾਤਾ ਚੰਦ ਕੌਰ ਜੀ, ਸਾਰੇ ਹੀ ਰੋਜ਼ ਸ਼ਾਮ ਨੂੰ ਉੱਥੇ ਨਿਤਨੇਮ ਹੁੰਦਾ ਸੀ ਹਸਪੀਟਲ ਦੇ ਵਿੱਚ ਹੀ। ਤੇ ਅਸੀਂ ਵੀ ਕਦੇ-ਕਦੇ ਹਸਪਤਾਲ ਉੱਥੇ ਨਿਤਨੇਮ ਦੇ ਵਿੱਚ ਜਾ ਕੇ ਸ਼ਾਮਲ ਹੋਣਾ, ਕਿਉਂਕਿ ਬਹੁਤ ਥੋੜੇ ਸਰੀਰਾਂ ਨੂੰ ਆਗਿਆ ਸੀ, ਕਿਉਂਕਿ ਉੱਥੇ ਬਹੁਤਾ ਇਕੱਠ ਨਹੀਂ ਸੀ ਕਰਨਾ ਹੁੰਦਾ। ਤੇ ਇੱਕ ਦਿਨ ਪਹਿਲਾਂ ਦੀ ਗੱਲ ਹੈ, ਜਿੱਦਣ ਸਤਿਗੁਰੂ ਜੀ ਦੇਹ ਦਾ ਓਹਲਾ ਕੀਤਾ, ਜਿਸ ਦਿਨ ਸੱਚੇ ਪਾਤਸ਼ਾਹ ਜੋਤੀ ਜੋਤ ਸਮਾਏ ਨੇ, ਮੈਂ ਜਥੇਦਾਰ ਅਮਰੀਕ ਸਿੰਘ ਹੋਣਾ ਨੂੰ ਬੇਨਤੀ ਕੀਤੀ। ਜਥੇਦਾਰ ਅਮਰੀਕ ਸਿੰਘ ਜੀ ਮੇਰੇ ਸਾਥੀ ਨੇ। ਮੈਂ ਉਹਨਾਂ ਨੂੰ ਬੇਨਤੀ ਕੀਤੀ, ਮੈਂ ਕਿਹਾ ਜਥੇਦਾਰ ਜੀ, ਤੁਸੀਂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਗਏ ਸੀ ਅੱਜ? ਉਹ ਕਹਿੰਦੇ ਨਹੀਂ। ਮੈਂ ਹਸਪਤਾਲ ਤੋਂ ਆਇਆ ਸੀ ਤੇ ਮੇਰਾ ਹੌਕਾ ਜਿਹਾ ਨਿਕਲ ਗਿਆ। ਮੈਂ ਉਹਨਾਂ ਨੂੰ ਬੇਨਤੀ ਕੀਤੀ, ਜਥੇਦਾਰ ਜੀ, ਕਿ ਵਕਤ ਪਤਾ ਨਹੀਂ ਕਿੱਦਾਂ ਦਾ ਆਉਣਾ ਆ, ਸਮਾਂ ਪਤਾ ਨਹੀਂ ਕਿੱਦਾਂ ਦਾ ਆਉਣਾ ਆ, ਤੇ ਤੁਸੀਂ ਕੋਈ ਦਿਨ ਨਾ ਛੱਡੋ, ਬੜੇ ਕੀਮਤੀ ਦਰਸ਼ਨ ਨੇ, ਜ਼ਰੂਰ ਦਰਸ਼ਨ ਕਰੋ, ਜਾ ਕੇ ਜ਼ਰੂਰ ਦਰਸ਼ਨ ਕਰੋ, ਨਾਗਾ ਨਾ ਪਾਓ ਕੋਈ ਵੀ। ਸੱਚੇ ਪਾਤਸ਼ਾਹ ਦੇ ਦਰਸ਼ਨ ਜਿੰਨੇ ਕਰ ਸਕਦੇ ਹੋ ਕਰ ਲਓ। ਪਤਾ ਨਹੀਂ ਸੱਚੇ ਪਾਤਸ਼ਾਹ ਕੀ ਭਾਣਾ ਵਰਤਾਉਣਾ ਆ, ਕਿਰਪਾ ਕਰਨ, ਬਖਸ਼ਿਸ਼ ਕਰਨ। ਤੇ ਜਿਸ ਦਿਨ ਸੱਚੇ ਪਾਤਸ਼ਾਹ ਜੀ ਜੋਤੀ ਜੋਤ ਸਮਾਏ ਨੇ, ਸਾਧ ਸੰਗਤ ਜੀ, ਮੈਂ ਹਲੇ 1 ਘੰਟਾ ਕਰੀਬ ਪਹਿਲਾਂ ਹੀ ਹਸਪਤਾਲ ਤੋਂ ਆਇਆ। ਹਲੇ ਮੈਂ ਘਰ ਬੈਠਾ ਸੀ ਤੇ ਮੈਨੂੰ ਟੈਲੀਫੋਨ ਆਇਆ। ਟੈਲੀਫੋਨ ਸੀ ਸੂਬਾ ਹਰਭਜਨ ਸਿੰਘ ਜੀ ਲੁਧਿਆਣਾ ਦਾ। ਹਲੇ ਮੈਂ ਘਰ ਵੜਿਆ ਹੀ ਸੀ ਕਿ ਮੈਂ ਫੋਨ ਚੱਕਿਆ ਤਾਂ ਬੜੀ ਉੱਚੀ ਰੋਣ ਦੀ ਆਵਾਜ਼ ਆਈ, ਬੜੀ ਉੱਚੀ ਚੀਕ ਕੂਕ ਜਿਹੜੀ ਸੀ ਸੂਬਾ ਹਰਭਜਨ ਸਿੰਘ ਹੋਣਾ ਦੀ ਸੀ। ਤੇ ਸਿਰਫ ਇੰਨਾ ਬਚਨ ਕਰਕੇ, ਇੰਨੀ ਗੱਲ ਕਰਕੇ ਫੋਨ ਕੱਟਤਾ, ਇਹ ਸੁਖਵਿੰਦਰ, ਸੱਚ ਪਾਤਸ਼ਾਹ ਜੀ ਸਾਨੂੰ ਛੱਡ ਕੇ ਚਲੇ ਗਏ ਨੇ। ਅਸੀਂ ਸਾਰੇ ਫਟਾਫਟ ਗੱਡੀ ਚੱਕੀ। ਜਥੇਦਾਰ ਅਮਰੀਕ ਸਿੰਘ ਮੇਰੇ ਮਿੱਤਰ ਨੇ, ਮੈਂ ਉਹਨਾਂ ਨੂੰ ਫੋਨ ਕੀਤਾ, ਜਥੇਦਾਰ ਜੀ, ਫੋਨ ਤੇ ਫੋਨ ਖੜਕਣ ਲੱਗੇ ਔਰ ਮੀਂਹ ਜਿਹੜਾ ਸੀ, ਅਸਮਾਨ ਜਿਹੜਾ ਸੀ, ਇੰਦਰ ਜਿਹੜਾ ਸੀ, ਉਹ ਵੀ ਛਮ-ਛਮ ਰੋ ਰਿਹਾ ਸੀ। ਠੰਡੀ ਸੀਤ ਹਵਾ ਸੀ, ਹਨੇਰਾ ਸੀ। ਹਸਪਤਾਲ ਪਹੁੰਚੇ ਤਾਂ ਜਿਉਂ ਸੰਗਤ ਇਕੱਠੀ ਹੋਣੀ ਸ਼ੁਰੂ ਹੋਈ, ਰੋਣ ਦੀਆਂ ਆਵਾਜ਼ਾਂ, ਧਾਹਾਂ, ਚੀਕਾਂ, ਬੀਬੀਆਂ ਸੰਭਾਲੀਆਂ ਨਹੀਂ ਸੀ ਜਾ ਰਹੀਆਂ। ਬੱਚੇ ਰੋ ਰਹੇ ਸਨ, ਬਜ਼ੁਰਗ ਰੋ ਰਹੇ ਸਨ। ਕੋਈ ਕਿਸੇ ਨੂੰ ਹੌਸਲਾ ਦੇਣ ਵਾਲਾ ਕੋਈ ਨਹੀਂ ਸੀ। ਸਾਧ ਸੰਗਤ ਜੀ, ਉਸ ਵਕਤ ਕੋਈ ਵੀ ਕਿਸੇ ਨੂੰ ਹੌਸਲਾ ਦੇਣ, ਕੌਣ ਹੌਸਲਾ ਕਿਹਨੂੰ ਦਵੇ ਤੇ ਕੀ ਦਵੇ, ਕੀ ਆਖੇ, ਐਸੀ ਅਵਸਥਾ ਸੀ। ਸੱਚੇ ਪਾਤਸ਼ਾਹ ਜੀ ਦੀ ਦੇਹ ਹਲੇ ਤੀਸਰੀ ਮੰਜ਼ਿਲ ਤੇ ਹੀ ਸੀ ਤੇ ਥੱਲੇ ਸਾਧ ਸੰਗਤ ਦਾ ਜਮਾਵੜਾ ਹੋਣਾ ਸ਼ੁਰੂ ਹੋ ਗਿਆ। ਸਾਧ ਸੰਗਤ ਪੂਰੇ ਜਿਹੜਾ ਵਿਹੜਾ ਸੀ ਸਤਿਗੁਰੂ ਪ੍ਰਤਾਪ ਸਿੰਘ ਹਸਪਤਾਲ ਦਾ,
ਇੰਨੀ ਸਾਧ ਸੰਗਤ ਦੇਖੋ ਦੇਖੀ, ਪਤਾ ਨਹੀਂ ਕਿੱਥੋਂ ਕਿੱਥੋਂ ਡਾਰਾਂ ਉੱਡ ਕੇ ਆ ਗਈਆਂ। ਟੈਲੀਫੋਨ ਦੇਸ਼ਾਂ ਵਿਦੇਸ਼ਾਂ ਵਿੱਚ ਖੜਕ ਗਏ। ਐਡਮਿਨਿਸਟ੍ਰੇਸ਼ਨ, ਪੁਲਿਸ, ਕਿਉਂਕਿ ਸੰਭਾਲਣ ਵਾਸਤੇ ਸਾਰਾ ਕੁਝ, ਇੰਨੀ ਟ੍ਰੈਫਿਕ ਉੱਥੇ ਸੀਗੀ, ਹੋ ਗਈ। ਤੇ ਸੱਚ ਪਾਤਸ਼ਾਹ ਜੀ ਕੋਈ ਇਤਬਾਰ ਨਹੀਂ ਸੀ ਕਰ ਰਿਹਾ। ਸਾਰੇ ਇਹ ਆਖ ਰਹੇ ਸੀ, ਜਿਹਨੂੰ ਟੈਲੀਫੋਨ ਕਰਦੇ ਸੀ, ਸਾਰੇ ਇਹੀ ਆਖ ਰਹੇ ਸੀ ਕਿ ਤੁਸੀਂ ਇੱਕ ਵਾਰੀ ਕਹਿ ਦਿਓ ਕਿ ਖਬਰ ਝੂਠੀ ਆ। ਇਸ ਤਰ੍ਹਾਂ ਨਹੀਂ ਹੋ ਸਕਦਾ, ਨਾਟ ਪੋਸੀਬਲ। ਸਤਿਗੁਰੂ ਜੀ ਦਰਸ਼ਨ ਦੇਣ ਸੱਚ ਪਾਤਸ਼ਾਹ ਨੂੰ, ਸਤਿਗੁਰੂ ਜੀ ਨੂੰ ਕੀ ਹੋਣਾ ਆ। ਸੱਚ ਪਾਤਸ਼ਾਹ ਤਾਂ ਕਈ ਵਾਰ ਇਸ ਤਰ੍ਹਾਂ ਦਾ ਕੌਤਕ ਕੀਤਾ ਔਰ ਉਹਨਾਂ ਨੇ ਦਰਸ਼ਨ ਦਿੱਤੇ ਨੇ। ਸਾਰੇ ਕਿਉਂ ਨਹੀਂ ਤੁਸੀਂ ਇਹ ਗੱਲ ਕਹਿੰਦੇ ਕਿ ਖਬਰ ਝੂਠੀ ਆ। ਹਰ ਕੋਈ ਇਹੀ ਗੱਲ ਕਹਿੰਦਾ ਸੀ ਇੱਕ ਦੂਸਰੇ ਨੂੰ ਕਿ ਇਹ ਝੂਠ ਆ, ਇਸ ਤਰ੍ਹਾਂ ਨਹੀਂ ਹੋ ਸਕਦਾ, ਇਸ ਤਰ੍ਹਾਂ ਅਸੀਂ ਮੰਨ ਨਹੀਂ ਸਕਦੇ। ਸੱਚ ਪਾਤਸ਼ਾਹ ਜੀ ਸਾਨੂੰ ਛੱਡ ਕੇ ਨਹੀਂ ਜਾ ਸਕਦੇ। ਸਤਿਗੁਰੂ ਜੀ ਤਾਂ ਹੁਕਮ ਕੀਤਾ ਸੀ ਕਿ ਸਤਿਗੁਰੂ ਰਾਮ ਸਿੰਘ ਜੀ ਦੇ ਦਰਸ਼ਨ ਕਰਾਉਣੇ ਨੇ। ਸੱਚ ਪਾਤਸ਼ਾਹ ਜੀ ਨੇ ਤਾਂ ਹੁਕਮ ਕੀਤਾ ਸੀ ਕਿ ਮੈਂ ਸਤਿਗੁਰੂ ਰਾਮ ਸਿੰਘ ਦੇ ਦਰਸ਼ਨ ਕਰਾ ਕੇ ਹੀ ਜਾਊਂਗਾ, ਵੀ ਉਹਨਾਂ ਦੇ ਦਰਸ਼ਨ ਕਰਾਉਣੇ ਨੇ। ਸੱਚ ਪਾਤਸ਼ਾਹ ਸਾਨੂੰ ਕਿੱਦਾਂ ਛੱਡ ਕੇ ਜਾ ਸਕਦੇ ਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਦੇਹ ਨੂੰ ਲਿਫਟ ਰਾਹੀਂ ਹਸਪਤਾਲ ਦੇ ਬਿਲਕੁਲ ਗਰਾਊਂਡ ਫਲੋਰ ਤੇ ਲਿਆਂਦਾ ਗਿਆ ਤੇ ਵੈਲਫੇਅਰ ਗੱਡੀ ਦੇ ਵਿੱਚ ਸੱਚ ਪਾਤਸ਼ਾਹ ਦੀ ਪਵਿੱਤਰ ਦੇਹ ਨੂੰ ਰੱਖਿਆ ਗਿਆ ਔਰ ਸ੍ਰੀ ਭੈਣੀ ਸਾਹਿਬ ਨੂੰ ਪ੍ਰਸਥਾਨ ਕੀਤਾ। ਹਜ਼ੂਰ ਸਤਿਗੁਰੂ ਜੀ ਉਸ ਗੱਡੀ ਨੂੰ ਡਰਾਈਵ ਕਰ ਰਹੇ ਸਨ ਔਰ ਬਹੁਤ ਹੀ ਸਾਧ ਸੰਗਤ ਦਾ ਠਾਠਾ ਮਾਰਦਾ ਇਕੱਠ, ਜਿਹਨੂੰ ਕੋਈ ਸੰਭਾਲਿਆ ਨਹੀਂ ਸੀ ਜਾ ਰਿਹਾ। ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਸਨ। ਲੁਧਿਆਣੇ ਦੇ ਵਿੱਚ ਤੋਂ ਲੈ ਕੇ ਸ੍ਰੀ ਭੈਣੀ ਸਾਹਿਬ ਤੱਕ ਗੱਡੀਆਂ ਦਾ ਕਾਫਲਾ ਨਹੀਂ ਸੀ ਮੁੱਕ ਰਿਹਾ। ਔਰ ਸਾਧ ਸੰਗਤ ਜੀ ਮੀਂਹ ਇੰਨਾ ਸੀ ਕਿ ਉਹਦੇ ਬਾਵਜੂਦ ਵੀ ਠੰਡ ਇੰਨੀ ਸੀ। ਸਾਧ ਸੰਗਤ ਜਿਨ੍ਹਾਂ ਕੋਲ ਗੱਡੀਆਂ ਸਨ ਉਹ ਆਪਣੀਆਂ ਗੱਡੀਆਂ ਤੇ, ਜਿਨ੍ਹਾਂ ਕੋਲ ਸਕੂਟਰ ਮੋਟਰਸਾਈਕਲ ਸਨ ਉਹ ਮੋਟਰਸਾਈਕਲਾਂ ਸਕੂਟਰਾਂ ਤੇ ਸਾਰੇ ਜਾਣੇ ਸ੍ਰੀ ਭੈਣੀ ਸਾਹਿਬ ਨੂੰ ਕੂਚ ਕਰ ਰਹੇ ਸਨ। ਔਰ ਸੱਚੇ ਪਾਤਸ਼ਾਹ ਜੀ ਦੀ ਉਹ ਗੱਡੀ ਜਿਹੜੀ ਸੀ, ਜਿਹਦੇ ਵਿੱਚ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਦੇਹ ਸੀ, ਉਸ ਗੱਡੀ ਨੂੰ ਲਿਜਾਇਆ ਗਿਆ ਕੋਠੀ ਦੇ ਵਿੱਚ। ਕੋਠੀ ਦੇ ਵਿੱਚ ਸੱਚੇ ਪਾਤਸ਼ਾਹ ਜੀ ਜਿਸ ਕਮਰੇ ਦੇ ਵਿੱਚ ਅੰਤਲੇ ਸਮੇਂ ਦੇ ਵਿੱਚ ਕਰੀਬ ਦਰਸ਼ਨ ਦਿਆ ਕਰਦੇ ਸੀ, ਉੱਥੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਦੇਹ ਨੂੰ ਦਰਸ਼ਨਾਂ ਵਾਸਤੇ, ਸਾਧ ਸੰਗਤ ਦੇ ਦਰਸ਼ਨਾਂ ਦੇ ਵਾਸਤੇ ਰੱਖਿਆ ਗਿਆ। ਔਰ ਸਾਰੀ ਰਾਤ ਸਾਧ ਸੰਗਤ ਆਈ ਗਈ ਹੈ, ਆਈ ਗਈ ਹੈ। ਪਤਾ ਨਹੀਂ ਕਿੱਥੋਂ ਕਿੱਥੋਂ ਸਾਧ ਸੰਗਤ ਆਈ ਗਈ ਆ। ਔਰ ਸ੍ਰੀ ਭੈਣੀ ਸਾਹਿਬ ਦੇ ਵਿੱਚ ਅਸੀਂ ਮੋਰਾਂ ਨੂੰ ਵੀ ਰੋਂਦਿਆਂ ਸੁਣਿਆ, ਚੀਕਾਂ ਮਾਰਦੇ, ਕੂਕਾਂ ਮਾਰਦੇ ਸੁਣਿਆ। ਔਰ ਸਾਧ ਸੰਗਤ ਥਮਲਿਆਂ ਦੇ ਵਿੱਚ ਆਪਣੇ ਸਿਰ ਮਾਰ ਮਾਰ ਕੇ ਰੋ ਰਹੀ ਸੀ। ਬੀਬੀਆਂ ਵੀ, ਭਾਈ ਵੀ ਮੈਂ ਸੜਕਾਂ ਦੇ ਉੱਤੇ ਪਏ ਲੰਮੇ ਪਏ ਦੇਖੇ ਨੇ, ਲਟਬੋਰੇ ਹੋਏ ਦੇਖੇ ਨੇ ਕਿ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਕਿਰਪਾ ਕਰੋ, ਆਪ ਜੀ ਇਹ ਭਾਣਾ ਸਾਨੂੰ ਕੁਝ ਨਹੀਂ ਦਿਖਾਈ ਦੇ ਰਿਹਾ। ਆਪ ਜੀ ਤੋਂ ਬਿਨਾਂ ਸਾਨੂੰ, ਆਪ ਜੀ ਤੋਂ ਬਿਨਾਂ ਕੁਝ ਨਹੀਂ ਦਿਖਾਈ ਦੇ ਰਿਹਾ। ਔਰ ਅਸੀਂ ਤੁਹਾਡੇ ਤੋਂ ਬਿਨਾਂ ਕਿਸ ਤਰ੍ਹਾਂ ਜੀਵਾਂਗੇ। ਅਸੀਂ ਆਪ ਜੀ ਤੋਂ ਬਿਨਾਂ ਨਹੀਂ ਜੀ ਸਕਦੇ। ਇਹ ਨਾਮਧਾਰੀ ਕਿੱਥੇ ਜਾਣਗੇ, ਕਿਹਨੂੰ ਮੱਥਾ ਟੇਕਣਗੇ, ਕੀ ਕਰਨਗੇ। ਸੱਚੇ ਪਾਤਸ਼ਾਹ ਅਸੀਂ ਤਾਂ ਅਨਾਥ ਹੋ ਗਏ ਆ। ਔਰ ਉਸ ਸਭ ਦੇ ਵਿੱਚ ਇੱਕ ਜੋਤ ਘੁੰਮ ਰਹੀ ਸੀ। ਉਸ ਜਦੋਂ ਵੀਰਾਨ ਸਾਰੇ ਪਾਸੇ ਹੋਇਆ ਪਿਆ ਸੀ, ਸਾਰੇ ਪਾਸੇ ਵਿਰਾਗ ਫੈਲਿਆ ਸੀ, ਸਾਰੇ ਪਾਸੇ ਦੁੱਖ ਦੀ ਹਨੇਰੀ ਝੱਖੜ ਝੁੱਲਿਆ ਸੀ, ਕੋਈ ਕਿਸੇ ਨੂੰ ਸੰਭਾਲ ਨਹੀਂ ਸੀ ਰਿਹਾ, ਕੋਈ ਕਿਸੇ ਨੂੰ ਹੌਸਲਾ ਦੇਣ ਵਾਲਾ ਨਹੀਂ ਸੀ। ਉਸ ਵਕਤ ਇੱਕ ਜੋਤ ਜਿਹੜੀ ਸੀ ਸਤਿਗੁਰੂ ਜਗਜੀਤ ਸਿੰਘ ਜੀ ਦੀ, ਉਹਦੇ ਵੀ ਦਰਸ਼ਨ ਹੋ ਰਹੇ ਸਨ। ਉਹ ਸਨ ਹਜ਼ੂਰ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ। ਕਿਸ ਤਰ੍ਹਾਂ ਉਸ ਵਕਤ ਗਰੀਬ ਨਵਾਜ ਜੀ, ਕਿਉਂਕਿ ਸਾਧ ਸੰਗਤ ਜੀ ਜੋ ਗੁਰਮਤ ਵਿੱਚ, ਗੁਰਮਤ ਅਨੁਸਾਰ ਹੈ, ਜੋ ਅਸੀਂ ਸੁਣਿਆ ਹੈ ਆਪਣੇ ਸਤਿਗੁਰੂ ਸਾਹਿਬਾਨਾਂ ਤੋਂ, ਕਿ ਜੋਤ ਜਿਹੜੀ ਆ ਉਹ ਉਸੇ ਵੇਲੇ ਪ੍ਰਜਵਲਿਤ ਹੋ ਜਾਂਦੀ ਆ। ਜੋਤੀ ਜੋਤ ਸੱਚ ਪਾਤਸ਼ਾਹ ਜੀ ਦੀ ਦੇਹ ਕਦੇ ਜਿਹੜੀ ਆ, ਚਾਹੇ ਉਹ ਆਪਣੀ ਦੇਹ ਉਹਨਾਂ ਨੇ ਬਦਲਦੇ ਆਏ ਨੇ, ਜਾਮੇ ਬਦਲਦੇ ਆਏ ਨੇ, ਪਰ ਇਹ ਜਿਹੜੀ ਗੁਰਗੱਦੀ ਕਦੇ ਖਾਲੀ ਨਹੀਂ ਰਹਿੰਦੀ। ਔਰ ਕਿਸ ਤਰ੍ਹਾਂ ਸਤਿਗੁਰੂ ਜੀ ਉਸ ਵਕਤ ਕਿੰਨੇ ਹੌਸਲੇ ਦੇ ਨਾਲ ਹਜ਼ੂਰ ਸਤਿਗੁਰੂ ਜੀ ਸਾਧ ਸੰਗਤ ਦਾ ਪ੍ਰਬੰਧ ਕਰ ਰਹੇ ਸਨ। ਸਾਧ ਸੰਗਤ ਦੇ ਆਉਣ ਦਾ, ਸਵੇਰੇ ਸਤਿਗੁਰੂ ਜੀ ਦਾ ਸੰਸਕਾਰ ਹੋਣਾ ਸੀ, ਉਹਦਾ ਸਾਰਾ ਇੰਤਜ਼ਾਮ ਕਰ ਰਹੇ ਸਨ, ਕਿੱਦਾਂ ਭੱਜ ਨੱਠ ਰਹੇ ਸਨ। ਇੱਕ ਉਹ ਨੂਰਾਨੀ ਚਿਹਰਾ ਦਿਖਾਈ ਦੇ ਰਿਹਾ ਸੀ, ਪਰ ਫਿਰ ਵੀ ਕਿਸੇ ਨੂੰ ਕੋਈ ਹੌਸਲਾ ਨਹੀਂ ਸੀ। ਸਵੇਰ ਹੋਈ ਜੀ, ਪਵਿੱਤਰ ਦੇਹ ਨੂੰ ਸਾਧ ਸੰਗਤ ਦੇ ਦਰਸ਼ਨਾਂ ਨਿਮਿਤ ਪ੍ਰਤਾਪ ਮੰਦਰ ਦੇ ਵਿੱਚ ਰੱਖਿਆ ਗਿਆ, ਸਟੇਜ ਦੇ ਉੱਤੇ। ਤੇ ਸੇਵਕ ਜਿਹੜੇ ਵਾਰ-ਵਾਰ ਕੋਈ ਵਾਰੀ-ਵਾਰੀ ਜਿਹੜੇ ਨਿੱਜੀ ਸੇਵਕ ਸਨ ਸੱਚੇ ਪਾਤਸ਼ਾਹ ਜੀ ਦੇ, ਸੱਚੇ ਪਾਤਸ਼ਾਹ ਨੂੰ ਚੌਰੀ ਕਰ ਰਹੇ ਸਨ। ਹਜ਼ੂਰੀ ਰਾਗੀ ਜਿਹੜੇ ਸਨ, ਧੰਨ ਨੇ ਸੱਚੇ ਪਾਤਸ਼ਾਹ ਧੰਨ ਗੁਰੂ ਜਗਜੀਤ ਸਿੰਘ, ਧੰਨ ਨੇ ਉਹਨਾਂ ਦੇ ਸਿੱਖ। ਉਹ ਰਾਗੀ
ਜਿਨ੍ਹਾਂ ਨੇ ਇੰਨਾ ਪਿਆਰ ਮਾਣਿਆ ਸੱਚੇ ਪਾਤਸ਼ਾਹ ਜੀ ਦਾ, ਇੰਨੀ ਨੇੜਤਾ ਮਾਣੀ ਸੱਚੇ ਪਾਤਸ਼ਾਹ ਜੀ ਦੀ, ਕਿ ਇਸ ਵਕਤ ਜਦੋਂ ਕਿ ਹਰੇਕ ਦਾ ਰੁੱਗ ਭਰਿਆ ਸੀ, ਹਰੇਕ ਦੀਆਂ ਅੱਖਾਂ, ਹਰੇਕ ਦੀ ਆਤਮਾ, ਹਰੇਕ ਦਾ ਸਰੀਰ ਧਾਈ ਮਾਰ ਰਿਹਾ ਸੀ, ਪਰ ਉਹ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਉਹ ਬੜੇ ਵਿਰਾਗ ਦੇ ਵਿੱਚ, ਵਿਰਾਗ ਦੇ ਸ਼ਬਦ ਪੜ੍ਹ ਰਹੇ ਸਨ, ਕੀਰਤਨ ਕਰ ਰਹੇ ਸਨ। ਘੁੱਲਾ ਜੀ ਨੇ ਸ਼ਬਦ ਪੜ੍ਹਿਆ, ਤੂੰ ਹੈ ਵਾਹ ਤੇਰੀ ਰਜਾਏ। ਉਹ ਕਿੰਨੀ ਦੇਰ ਉਹ ਸ਼ਬਦ ਪੜ੍ਹਿਆ, ਔਰ ਕਿੰਨੀ ਸੰਗਤ ਧਾਹਾਂ ਮਾਰ ਮਾਰ ਕੇ ਰੂ ਰਹੀ ਸੀ। ਔਰ ਪ੍ਰਤਾਪ ਮੰਦਿਰ ਤੋਂ 10 ਗੁਣਾ ਜ਼ਿਆਦਾ ਸੰਗਤ, ਸ਼ਾਇਦ ਇਸ ਤੋਂ ਵੀ ਜ਼ਿਆਦਾ, ਮੈਂ ਸ਼ਾਇਦ ਘੱਟ ਕਹਿ ਰਿਹਾ ਹੋਵਾਂ, ਇੱਕ ਤਿਲ ਵੀ ਧਰਨ ਨੂੰ ਜਗ੍ਹਾ ਨਹੀਂ ਸੀ ਸ੍ਰੀ ਭੈਣੀ ਸਾਹਿਬ ਦੇ ਵਿੱਚ। ਮੱਥਾ ਟੇਕਣ ਵਾਲਿਆਂ ਦੀਆਂ ਲਾਈਨਾਂ ਨਹੀਂ ਸੀ ਮੁੱਕ ਰਹੀਆਂ, ਔਰ ਸੇਵਾਦਾਰਾਂ ਦੇ ਵਿੱਚੋਂ ਤਾਂ ਕੋਈ ਕਿਸੇ ਨੂੰ ਸੰਭਾਲੇ ਨਹੀਂ ਸੀ ਸਕਦਾ। ਪੁਲਿਸ ਦੀਆਂ ਬੀਬੀਆਂ ਲੱਗੀਆਂ ਸਨ, ਪੁਲਿਸ ਵਾਲੇ ਲੱਗੇ ਹੋਏ ਸਨ, ਉਹੀ ਰੋਂਦਿਆਂ ਸਿੱਖਾਂ ਨੂੰ ਹੌਸਲਾ ਦੇ ਰਹੇ ਸਨ, ਸੰਭਾਲ ਰਹੇ ਸਨ, ਡਿੱਗਦਿਆਂ ਨੂੰ ਚੱਕ ਰਹੇ ਸਨ, ਕਿਉਂਕਿ ਹੋਰ ਅਸੀਂ ਤੁਸੀਂ ਕੀ ਚੱਕਣਾ ਸੀ, ਕਿਉਂਕਿ ਸਾਰਿਆਂ ਵਾਸਤੇ ਵਿਛੋੜੇ ਦਾ ਸੱਲ ਜਿਹੜਾ ਸੀ, ਵਿਛੋੜੇ ਦਾ ਦੁੱਖ ਜਿਹੜਾ ਸੀ, ਉਹ ਇੱਕੋ ਜਿਹਾ ਦੁੱਖ ਸੀ। ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਦੇਹ ਦੇ ਦਰਸ਼ਨਾਂ ਤੋਂ ਬਾਅਦ ਹੁਣ ਵਕਤ ਹੋ ਰਿਹਾ ਸੀ ਗਰੀਬ ਨਵਾਜ ਜੀ ਦੀ ਮਰਿਆਦਾ ਦੇ ਅਨੁਸਾਰ ਹੀ, ਕਿਉਂਕਿ ਉਹਨਾਂ ਦੀ ਹੀ ਮਰਿਆਦਾ ਹੈ ਕਿ ਸਤਿਗੁਰੂ ਜੀ ਦਾ ਸੰਸਕਾਰ ਹੋਣਾ ਸੀ, ਤੇ ਸਤਿਗੁਰੂ ਜੀ ਦੇ ਪਵਿੱਤਰ ਦੇਹ ਦੇ ਇਸ਼ਨਾਨ ਵਾਸਤੇ ਸੱਚੇ ਪਾਤਸ਼ਾਹ ਜੀ ਨੂੰ ਕੋਠੀ ਲਿਜਾਇਆ ਗਿਆ, ਤੇ ਬਾਹਰ ਅੱਜ ਹੁਣ ਜਿੱਥੇ ਜਗਜੀਤ ਮੰਦਿਰ ਉਸਰਿਆ ਹੋਇਆ ਹੈ, ਸਰੋਵਰ ਦੇ ਬਿਲਕੁਲ ਸਾਹਮਣੇ, ਉਸ ਜਗ੍ਹਾ ਤੇ ਚੰਦਨ ਦੀ ਚਿਖਾ ਜਿਹੜੀ ਆ ਉਹ ਤਿਆਰ ਕੀਤੀ ਗਈ। ਰਾਤੋਂ ਰਾਤ ਸਿੱਖਾਂ ਨੇ, ਰੋਂਦਿਆਂ ਨੇ, ਬਿਲਕਦਿਆਂ ਨੇ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਿੱਥੇ ਸੰਸਕਾਰ ਹੋਣਾ ਸੀ, ਉਸ ਜਗ੍ਹਾ ਤੇ ਕਿਸ ਤਰ੍ਹਾਂ ਦਾ ਪ੍ਰਬੰਧ ਕੀਤਾ ਸੀ, ਉਹ ਸਾਰੀ ਜਗ੍ਹਾ ਨੂੰ ਇੱਟਾਂ ਦੇ ਨਾਲ ਉਹ ਜਿਹੜਾ ਉੱਥੇ ਥੜਾ ਬਣਾਇਆ ਗਿਆ, ਉਹਦੇ ਵਿੱਚ ਮਿੱਟੀ ਪਾਈ ਗਈ। ਹਰ ਸਿੱਖ ਰੋ ਰਿਹਾ ਸੀ, ਔਰ ਇਹ ਕੰਮ ਸੌਖਾ ਨਹੀਂ ਸੀ ਕਿ ਆਪਣੇ ਪ੍ਰੀਤਮ, ਆਪਣੇ ਸਤਿਗੁਰੂ ਦੇ ਸੰਸਕਾਰ ਵਾਸਤੇ ਤਿਆਰੀ ਕਰਨੀ, ਉਹਦੀ ਦੇਹ ਦੇ ਸੰਸਕਾਰ ਵਾਸਤੇ ਤਿਆਰੀ ਕਰਨੀ, ਇਹ ਕੋਈ ਸੌਖੀਆਂ ਗੱਲ ਨਹੀਂ ਸੀ। ਇਹ ਕਾਨ ਵਿਯੋਗ ਕੋ ਮਾਨ ਵਧੂ, ਬ੍ਰਿਜ ਡੋਲਤ ਹੈ ਬਨ ਵੀਚ ਦੀਵਾਨੀ। ਇੱਕ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਸ਼ਬਦ ਆਉਂਦਾ ਹੈ ਕਿ ਤੌਣ ਸਮੇਂ ਸੁਖਦਾਇਕ ਥੀ ਰਿਤ ਅਵਸਰ ਯਾ ਹੈ ਭਈ ਦੁਖਦਾਈ। ਜਦੋਂ ਗੋਪੀਆਂ ਕਹਿੰਦੀਆਂ ਨੇ ਕਿ ਉਹ ਸਮਾਂ ਸੀ ਜਦ ਮੋਰ ਬੋਲਦੇ ਵੀ ਚੰਗੇ ਲੱਗਦੇ ਸੀ, ਬਵੀਹੇ ਬੋਲਦੇ ਵੀ ਚੰਗੇ ਲੱਗਦੇ ਸੀ, ਸਾਰਾ ਕੁਝ ਚੰਗਾ ਸੀ। ਜੋਰ ਘਟਾ ਕੰਨ ਛਾਏ ਜਹਾਂ ਸਕੀ ਬੂੰਦਨ, ਮੇਘ ਭਲੀ ਸ਼ਬ ਪਾਈ, ਬੋਲਤ ਚਾਤਰਕ ਦਾਦਰ ਆਓ ਕੰਨ, ਮੋਰਨ ਪੈ ਕਮਨ ਘਨ ਘੋਰ ਮਚਾਈ। ਸਭ ਕੁਝ ਚੰਗਾ ਲੱਗਦਾ ਸੀ, ਕਿਉਂ? ਕਿਉਂਕਿ ਉਦੋਂ ਭਗਵਾਨ ਸਾਡੇ ਵਿੱਚ ਸੀ। ਭਗਵਾਨ ਕ੍ਰਿਸ਼ਨ, ਗੋਪੀਆਂ ਕਹਿੰਦੀਆਂ ਸਾਡੇ ਵਿੱਚ ਸਨ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪਣੀ ਬਾਣੀ 'ਚ ਲਿਖਦੇ ਨੇ, ਪਰ ਜਦੋਂ ਹੁਣ ਸਾਡੇ ਤੋਂ ਵਿਛੜ ਗਏ ਨੇ, ਕਹਿੰਦੇ ਨੇ ਕਿ ਤੌਣ ਸਮੇਂ ਸੁਖਦਾਇਕ ਥੀ ਰਿਤ ਅਵਸਰ ਯਾ ਹੈ ਭਈ ਦੁਖਦਾਈ, ਕਿ ਉਹ ਸਮਾਂ ਸੁਖੀ ਸੀ, ਚੰਗਾ ਸੀ, ਸੋਹਣਾ ਸੀ, ਜਦ ਅਸੀਂ ਆਪਣੇ ਪ੍ਰਭੂ ਦੇ ਨਾਲ ਉਹਦੇ ਵਿੱਚ ਖੇਡਦੇ ਸਾਂ, ਲੀਲਾ ਕਰਦੇ ਸਨ, ਸਤਿਗੁਰੂ ਜੀ ਪਿਆਰ ਕਰਦੇ ਸਨ ਸਾਨੂੰ। ਪਰ ਇਹ ਸਮਾਂ ਬਹੁਤ ਦੁਖਦਾਈ ਹੈ, ਕਿਉਂਕਿ ਸਾਡੇ ਵਿੱਚ ਨਹੀਂ। ਸੱਚੇ ਪਾਤਸ਼ਾਹ ਜੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸੰਸਕਾਰ ਦੀ ਅੰਤਿਮ ਦਰਸ਼ਨਾਂ ਤੋਂ ਬਾਅਦ ਤਿਆਰੀ ਹੋ ਰਹੀ ਸੀ, ਔਰ ਬਹੁਤ ਸਾਰਾ ਪ੍ਰਬੰਧ ਕੀਤਾ ਗਿਆ ਸੀ ਸ੍ਰੀ ਭੈਣੀ ਸਾਹਿਬ ਦੇ ਵਿੱਚ, ਤਾਂ ਕਿ ਕੋਈ ਵੀ ਮਸਤਾਨੇ ਦੀਵਾਨੇ ਸੱਚੇ ਪਾਤਸ਼ਾਹ ਜੀ ਦੇ ਕਿਸੇ ਵੀ ਤਰ੍ਹਾਂ ਦੇ ਨਾਲ, ਉਹ ਜਦੋਂ ਸਤਿਗੁਰੂ ਜੀ ਦਾ ਦੇ ਅੰਗੀਠੇ ਨੂੰ ਅਗਨੀ ਪ੍ਰਜਵਲਿਤ ਹੋਣੀ ਆ, ਤਾਂ ਕਿਸੇ ਤਰੀਕੇ ਦੇ ਨਾਲ ਕੋਈ ਵੀ ਵਿਰਾਗੀ ਜਾਂ ਕੋਈ ਮਸਤਾਨਾ ਉੱਥੇ ਆਣ ਕੇ ਡਿੱਗ ਨਾ ਪਵੇ, ਉੱਥੇ ਆਣ ਕੇ ਛਾਲਾ ਨਾ ਮਾਰ ਦੇਵੇ, ਕਿਉਂਕਿ ਕਿਸੇ ਨੂੰ ਹੋਸ਼ ਹੀ ਨਹੀਂ ਸੀ। ਤੇ ਸੱਚੇ ਪਾਤਸ਼ਾਹ ਜੀ ਦੇ ਦਾ ਬਿਬਾਨ ਜਿਹੜਾ ਸੀ, ਉਹ ਚੌਂਕੀ ਤੇ ਰੱਖ ਕੇ ਤੇ ਢੋਲਕੀਆਂ ਛੈਣਿਆਂ ਨਾਲ ਕੀਰਤਨ ਕਰਦੇ, ਵਿਰਾਗਮਈ ਸ਼ਬਦ ਪੜ੍ਹਦੇ ਹੋਏ ਸਿੱਖ ਜਥਾ, ਤੇ ਉਹਨੂੰ ਕੋਠੀ ਤੋਂ ਅੰਗੀਠੇ ਵੱਲ ਲਿਆਂਦਾ ਗਿਆ। ਹਜ਼ੂਰ ਸਤਿਗੁਰੂ ਜੀ ਵੀ ਸਨ, ਮਾਤਾ ਜੀ ਵੀ ਸਨ, ਬੀਬੀ ਗੁਰਸ਼ਰਨ ਕੌਰ ਜੀ ਸਨ, ਜਗਤਾਰ ਸਿੰਘ ਜੀ, ਕਾਕਾ ਜੈ ਸਿੰਘ ਹੁਣੀ, ਇਹਨਾਂ ਸਾਰਿਆਂ ਨੇ ਸੱਚੇ ਪਾਤਸ਼ਾਹ ਜੀ ਔਰ ਸੱਚੇ ਪਾਤਸ਼ਾਹ ਜੀ ਦੇ ਸਾਰੇ ਹਜ਼ੂਰੀ ਸੇਵਕ, ਜਿੰਨੇ ਵੀ ਸੱਚੇ ਪਾਤਸ਼ਾਹ ਜੀ ਦੇ ਸੇਵਕ ਹਰਪਾਲ ਸਿੰਘ, ਰਿਸ਼ਪਾਲ ਸਿੰਘ ਹੁਣੀ, ਸੇਵਕ ਸਤਨਾਮ ਸਿੰਘ, ਕਰਤਾਰ ਸਿੰਘ, ਆਸਾ ਸਿੰਘ, ਜਿਹੜੇ ਸੱਚੇ ਪਾਤਸ਼ਾਹ ਦੇ ਨਿਕਟਵਰਤੀ ਸੇਵਕ ਸਨ, ਸੰਤ ਦਰਸ਼ਨ ਸਿੰਘ ਜੀ,
ਔਰ ਜਿਨ੍ਹਾਂ ਨੇ ਹਮੇਸ਼ਾ ਹੀ ਸੱਚੇ ਪਾਤਸ਼ਾਹ ਦੀ ਇੰਨੀ ਨੇੜਤਾ ਮਾਣੀ ਔਰ ਸੱਚੇ ਪਾਤਸ਼ਾਹ ਦੀ ਦੇਹ ਕਰਕੇ ਵੀ ਉਹਨਾਂ ਦੀ ਸੇਵਾ ਦੇ ਵਿੱਚ ਰਹੇ, ਔਰ ਉਹਨਾਂ ਦੀ ਵੀ ਕੀ ਅਵਸਥਾ ਸੀ, ਉਹ ਕਹਿਣ ਕਥਨ ਤੋਂ ਬਾਹਰੀ ਹੀ ਸਾਧ ਸੰਗਤ ਜੀ, ਉਹ ਵੀ ਦੱਸਣੀ ਨਹੀਂ ਬਣਦੀ, ਉਹ ਵੀ ਇੱਥੇ ਦੱਸ ਨਹੀਂ ਹੁੰਦੀ, ਸ਼ਬਦ ਨਹੀਂ ਸਾਡੇ ਕੋਲ। ਤੇ ਸੱਚੇ ਪਾਤਸ਼ਾਹ ਦਾ ਜਿਹੜਾ ਵਿਵਾਨ ਸੀ ਢੋਲਕੀਆਂ ਛੈਣਿਆਂ ਨਾਲ, ਵਿਰਾਗਮਈ ਉੱਚੀਆਂ ਸੁਰਾਂ ਦੇ ਵਿੱਚ ਅਸਮਾਨ ਦੀ ਹਿੱਕ ਪਾੜਦੀਆਂ ਕੂਕਾਂ ਸਨ ਨਾਮਧਾਰੀਆਂ ਦੀਆਂ ਉਸ ਵੇਲੇ। ਤੇ ਉਹ ਜਥੇਦਾਰ ਅਮਰ ਸਿੰਘ ਜਥੇਦਾਰ ਜੀ ਸਤਿਗੁਰੂ ਪ੍ਰਤਾਪ ਸਿੰਘ ਜੀ ਦਾ ਵਿਛੋੜਾ ਸੁਣਾਇਆ ਕਰਦੇ ਸੀ, ਨਕੌੜੇ ਵਾਲੇ। ਉਹ ਇੱਕ ਧਾਰਨ ਪੜਿਆ ਕਰਦੇ ਸਨ ਕਿ ਸੱਚ ਪਾਤਸ਼ਾਹ ਦਾ ਜਦੋਂ ਵਿਵਾਨ ਲਿਆਂਦਾ ਗਿਆ ਨਾ, ਤਾਂ ਕੂਕਾਂ ਮਾਰੀਆਂ ਕੂਕਿਆਂ ਉਸ ਵੇਲੇ, ਕੂਕਾਂ ਮਾਰੀਆਂ ਕੂਕਿਆਂ ਉਸ ਵੇਲੇ। ਔਰ ਸੱਚੇ ਪਾਤਸ਼ਾਹ ਜੀ ਦੇ ਵਿਵਾਨ ਦੇ ਦਰਸ਼ਨ ਕਰਦਿਆਂ ਸਾਧ ਸੰਗਤ ਲੱਖਾਂ ਦੀ ਗਿਣਤੀ ਵਿੱਚ ਉੱਥੇ ਸੀ। ਅਸਮਾਨ ਦੀ ਹਿੱਕ ਪਾੜਦੀ ਹੋਈਆਂ ਕੂਕਾਂ ਜਿਹੜੀਆਂ ਸੀ ਉੱਥੇ ਵਿਰਾਗ ਦੀਆਂ ਸੁਣਾਈ ਦੇ ਰਹੀਆਂ ਸਨ। ਕਿਸੇ ਨੂੰ ਵਿਸ਼ਵਾਸ ਨਹੀਂ ਸੀ ਹੋ ਰਿਹਾ ਕਿ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੇਹ ਕਰਕੇ ਇਸ ਤਰ੍ਹਾਂ ਸਾਡੇ ਕੋਲੋਂ ਚਲੇ ਜਾਣਗੇ। ਔਰ ਸੱਚੇ ਪਾਤਸ਼ਾਹ ਜੀ ਦੇ ਵਿਵਾਨ ਨੂੰ, ਸੱਚੇ ਪਾਤਸ਼ਾਹ ਦੀ ਪਵਿੱਤਰ ਦੇਹ ਨੂੰ ਚੰਦਨ ਦੀ ਉਸ ਸ਼ਿਖਾ ਦੇ ਉੱਤੇ ਰੱਖਿਆ ਗਿਆ। ਤੇ ਮੈਂ ਜਿੱਥੇ ਖੜਾ ਸੀ ਸਰੋਵਰ ਦੇ ਕੋਲ ਕੰਢੇ, ਮੇਰੇ ਨਾਲ ਮਾਸਟਰ ਅਮਰੀਕ ਸਿੰਘ ਜੀ ਕੋਲ ਹੁਣੀ ਖੜੋਤੇ ਸਨ, ਮਹੰਤ ਅਪਾਰ ਸਿੰਘ ਜੀ ਖੜੋਤੇ ਸਨ, ਸੱਚੇ ਪਾਤਸ਼ਾਹ ਜੀ ਦੇ ਬਚਪਨ ਦੇ ਸਾਥੀ ਸਨ। ਉਹ ਲੁਧਿਆਣੇ ਹੁੰਦੇ ਸਨ, 2 ਸਾਲ ਪਹਿਲਾਂ ਹੀ ਚੜ੍ਹਾਈ ਕੀਤੇ ਨੇ। ਤੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੰਗੀਠੇ ਨੂੰ ਅਗਨੀ ਜਿਹੜੀ ਆ ਉਹ ਕਾਕਾ ਜੈ ਸਿੰਘ ਉਹਨਾਂ ਨੇ ਦਿੱਤੀ, ਸੰਤ ਜੈ ਸਿੰਘ ਉਹਨਾਂ ਨੇ ਦਿੱਤੀ, ਅਰਦਾਸ ਹੋਈ ਤੇ ਸਾਧ ਸੰਗਤ ਸੱਚੇ ਪਾਤਸ਼ਾਹ ਜੀ ਦੇ ਵਿਰਾਗ ਦੇ ਵਿੱਚ ਜਿਹੜੀ ਕੂਕਾਂ ਮਾਰ ਰਹੇ ਸੀ, ਚੀਕਾਂ ਮਾਰ ਰਹੇ ਸੀ, ਇੱਕਦਮ ਸਭ ਸ਼ਾਂਤ ਸਨ। ਇੱਕ ਟਕ ਉਹ ਅਖੀਰੀ ਦਰਸ਼ਨ ਕਰ ਲੈਣਾ ਚਾਹੁੰਦੇ ਸਨ। ਉਹਨਾਂ ਦਰਸ਼ਨਾਂ ਨੂੰ ਆਪਣੇ ਹਿਰਦੇ ਵਿੱਚ, ਆਪਣੇ ਰੋਮ ਰੋਮ ਵਿੱਚ ਸਮਾ ਲੈਣਾ ਚਾਹੁੰਦੇ ਸਨ, ਕਿਉਂਕਿ ਉਹ ਉਸ ਤੋਂ ਬਾਅਦ, ਅੱਜ ਤੋਂ ਬਾਅਦ, ਹੁਣ ਤੋਂ ਬਾਅਦ ਉਹਨਾਂ ਨੂੰ ਉਹ ਸੁੰਦਰ ਨੂਰੀ ਮੁਖੜਾ, ਹੱਸਦਾ, ਖਿੜੂ ਖਿੜੂ ਕਰਦਾ, ਦੁੱਖਾਂ ਨੂੰ ਦੂਰ ਕਰਦਾ, ਉਹ ਦੁੱਖਾਂ ਨੂੰ ਹਰਨ ਵਾਲਾ ਮੁਖੜਾ ਸਤਿਗੁਰੂ ਜਗਜੀਤ ਸਿੰਘ ਜੀ ਦਾ ਇਸ ਤਰ੍ਹਾਂ ਪ੍ਰਤੱਖ ਰੂਪ ਦੇ ਵਿੱਚ ਦਿਖਾਈ ਨਹੀਂ ਸੀ ਦੇਣਾ। ਸੱਚੇ ਪਾਤਸ਼ਾਹ ਜੀ ਜਦੋਂ ਦੇਹ ਦਾ ਓਹਲਾ ਕੀਤਾ, ਬਹੁਤ ਸਾਰੇ ਲੋਕਾਂ ਦੇ ਮਨਾਂ ਵਿੱਚ ਬਹੁਤ ਸਾਰੇ ਸਵਾਲ ਹੋ ਗਏ। ਬਹੁਤ ਸਾਰੇ ਲੋਕ ਜਿਹੜੇ ਭਜਨ ਬੰਦਗੀ ਕਰਦੇ ਸਨ, ਅੱਤ ਦੀ ਇਤਬਾਰੀ ਕਰਦੇ ਸਨ, ਅੱਤ ਦਾ ਵਿਸ਼ਵਾਸ ਰੱਖਦੇ ਸਨ, ਅੱਤ ਦੀ ਸ਼ਰਧਾ ਰੱਖਦੇ ਸਨ। ਇਹ ਸਾਧ ਸੰਗਤ ਜੀ ਕਰਮਾਂ ਦੀਆਂ ਹੀ ਗੱਲਾਂ ਹੁੰਦੀਆਂ ਨੇ। ਅਸੀਂ ਬਹੁਤ ਸਾਰੇ ਲੋਕ ਉਹ ਵੀ ਦੇਖੇ ਨੇ ਜਿਹੜੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨਾਲ ਬਹੁਤ ਨਿਕਟਵਰਤੀ ਸਨ, ਬੜੇ ਨਿੱਘਾ ਪ੍ਰੇਮ ਕਰਨ ਵਾਲੇ ਸਨ, ਨੇੜੇ ਦੇ ਸਨ। ਪਰ ਜਦੋਂ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਗੁਰਗੱਦੀ ਤੇ ਸੁਭਾਏਮਾਨ ਹੋਏ, ਪਰ ਉਹਨਾਂ ਦਾ ਮਨ ਸੱਚੇ ਪਾਤਸ਼ਾਹ ਸਤਿਗੁਰੂ ਜਗਜੀਤ ਸਿੰਘ ਜੀ ਦੇ ਨਾਲ ਨਹੀਂ ਲੱਗਿਆ। ਉਹ ਵੱਡੇ ਪ੍ਰਤਾਪ, ਕਈ ਵੱਡੇ ਪ੍ਰਤਾਪ ਵਾਲੇ ਕਹਿੰਦੇ ਹੀ ਇਸ ਜਹਾਨ ਤੋਂ ਚਲੇ ਗਏ। ਤੇ ਕਈ ਜਿਹੜੇ ਸਨ ਉਹਨਾਂ ਦਾ ਨੂੰ ਸੱਚੇ ਪਾਤਸ਼ਾਹ ਪਿਆਰ ਦੇ ਨਾਲ ਐਸੀ ਕਿਰਪਾ ਕੀਤੀ ਸਤਿਗੁਰੂ ਜਗਜੀਤ ਸਿੰਘ ਜੀ ਨੇ ਕਿ ਉਹ 25 30 ਸਾਲਾਂ ਬਾਅਦ ਵੀ ਮੁੜੇ ਆ, ਆਣ ਕੇ ਹਜ਼ੂਰ ਦੇ ਚਰਨਾਂ ਦੇ ਵਿੱਚ ਉਹਨਾਂ ਨੇ ਬਖਸ਼ਬੰਦੀ ਕਰਵਾਈ ਤੇ ਉਹਨਾਂ ਨੂੰ ਦੁਬਾਰਾ ਦਰਸ਼ਨ ਹੋਏ ਸੱਚੇ ਪਾਤਸ਼ਾਹ ਜੀ ਦੇ, ਕਿਰਪਾ ਹੋਈ ਸੱਚੇ ਪਾਤਸ਼ਾਹ ਜੀ ਦੀ। ਔਰ ਮੈਂ ਜਦੋਂ ਸੱਚੇ ਪਾਤਸ਼ਾਹ ਦਾ ਸੰਸਕਾਰ ਹੋ ਰਿਹਾ ਸੀ ਨਾ, ਮਹੰਤ ਪਾਰ ਸਿੰਘ ਜੀ ਦੀ ਮੈਂ ਆਪ ਜੀ ਨਾਲ ਗੱਲ ਕੀਤੀ। ਮਹੰਤ ਪਾਰ ਸਿੰਘ ਜੀ ਮੇਰੇ ਕੋਲ, ਸਾਡੇ ਕੋਲ ਖੜੋਤੇ ਸਨ, ਮੈਂ ਖੜੋਤਾ ਸਾਂ, ਮੇਰੇ ਸਾਥੀ ਜਥੇਦਾਰ ਅਮਰੀਕ ਸਿੰਘ ਜੀ ਖੜੋਤੇ ਸਨ। ਤੇ ਮਹੰਤ ਪਾਰ ਸਿੰਘ ਜੀ ਅਕਸਰ ਇਹ ਸਾਨੂੰ ਕਿਹਾ ਕਰਦੇ ਸੀ ਕਿ ਸੱਚੇ ਪਾਤਸ਼ਾਹ ਜੀ ਦਾ ਜਿਸ ਦਿਨ ਦਾ ਪ੍ਰਕਾਸ਼ ਹੋਇਆ ਹੈ, ਮੇਰਾ ਜਨਮ ਵੀ ਉਸੇ ਦਿਨ ਦਾ, ਉਸੇ ਟਾਈਮ ਦਾ ਹੈ। ਔਰ ਸੱਚੇ ਪਾਤਸ਼ਾਹ ਦੇ ਉਹ ਸਾਥੀ ਸਨ ਉਮਰ ਕਰਕੇ, ਔਰ ਬਾਲ ਸਿਖਾਈ ਵੀ ਸਨ। ਮਹੰਤ ਪਾਰ ਸਿੰਘ ਜੀ ਕਹਿਣ ਲੱਗੇ ਕਿ ਮੈਂ ਖੜੋਤਾ ਸੀ ਤੇ ਮੇਰੇ ਨਾ ਮੋਢੇ ਦੇ ਪਿੱਛੇ ਹੱਥ ਰੱਖਿਆ ਤੇ ਮੈਨੂੰ ਕਹਿਣ ਲੱਗੇ, ਰਾਤੀ ਆਏ ਸਨ ਕੱਲ, ਜਦੋਂ ਸਤਿਗੁਰੂ ਜੀ ਜਿਸ ਦਿਨ ਦੇਹ ਦਾ ਓਹਲਾ ਕੀਤਾ ਨਾ ਜੀ, ਜੋਤੀ ਜੋਤ ਸਮਾਏ, ਉਸ ਦਿਨ ਅੰਮ੍ਰਿਤ ਵੇਲੇ ਦੀ ਗੱਲ ਦੱਸਦੇ ਪਏ ਸੀ। ਅੰਮ੍ਰਿਤ ਵੇਲੇ ਆਏ ਸਨ ਕੱਲ, ਮੈਂ ਬੈਠਾ ਸੀ, ਮੈਨੂੰ ਆਖਣ ਲੱਗੇ ਅਪਾਰ, ਮੈਂ ਹੱਥ ਜੋੜੇ ਅਰਜ਼ ਕੀਤੀ, ਜੀ ਗਰੀਬ ਨਵਾਜ ਜੀ, ਕੀ ਹੁਕਮ ਹੈ? ਮੇਰੇ ਨਾਲ ਆਇਆ ਸੈਂ, ਮੇਰੇ ਨਾਲ ਜਾਏਗਾ?
ਮਹੰਤ ਜੀ ਆਖਣ ਲੱਗੇ, ਸੱਚੇ ਪਾਤਸ਼ਾਹ, ਜਿੱਥੇ ਤੱਕ ਮੈਨੂੰ ਯਾਦ ਹੈ ਕਿ ਮੈਂ ਅੱਜ ਤੱਕ ਆਪ ਜੀ ਦੀ ਕਿਰਪਾ ਨਾਲ ਆਪ ਜੀ ਦਾ ਕੋਈ ਬਚਨ ਨਹੀਂ ਟਾਲਿਆ। ਆਪ ਜੀ ਕਿਰਪਾ ਕਰੋ, ਜਿਸ ਤਰ੍ਹਾਂ ਤੁਹਾਡਾ ਹੁਕਮ ਹੈ, ਮੈਂ ਤਿਆਰ ਹਾਂ। ਮਹੰਤ ਜੀ ਅਗਲਾ ਬਚਨ ਸੁਣਾਇਆ, ਆਖਣ ਲੱਗੇ, ਕਹਿਣ ਲੱਗੇ, ਮੈਂ ਅੱਜ ਚਲਿਆ ਜਾਣਾ ਆ। ਸੱਚਪਾ ਬਚਨ ਕੀਤਾ ਮਹੰਤ ਜੀ, ਕਹਿੰਦੇ ਦਰਸ਼ਨ ਜਦੋਂ ਦਿੱਤੇ ਨਾ, ਕਹਿਣ ਲੱਗੇ, ਫਿਰ ਮੈਂ ਅੱਜ ਚਲਿਆ ਜਾਣਾ ਆ, ਤੂੰ ਇੱਥੇ ਰਹੀ ਤੇ ਕਾਕੇ ਛੋਟੇ ਦੇ ਉੱਤੇ ਅਤਵਾਰ ਰੱਖੀ, ਮੇਰੇ ਤੇ ਉਹਦੇ 'ਚ ਫਰਕ ਕੋਈ ਨਹੀਂ। ਸਾਧ ਸੰਗਤ ਜੀ, ਉਹ ਵਕਤ ਕੈਸਾ ਸੀ, ਉਹ ਵਕਤ ਸਮਾਂ ਕੈਸਾ ਸੀ, ਜਦੋਂ ਕਿ ਸਾਨੂੰ ਕੁਝ ਨਹੀਂ ਸੀ ਦਿਖਾਈ ਦੇ ਰਿਹਾ, ਔਰ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ ਜੀ ਕਿਰਪਾ ਕੀਤੀ, ਬਖਸ਼ਿਸ਼ ਕੀਤੀ, ਜੋਤ ਓਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ। ਬਹੁਤ ਸਾਰਿਆਂ ਦੇ ਸੱਜਣਾ ਦੇ ਮਨਾਂ ਦੇ ਵਿੱਚ ਇਹ ਖਿਆਲ ਆਉਂਦਾ ਹੈ, ਬਹੁਤ ਸਾਰਿਆਂ ਦੇ ਮਨਾਂ ਦੇ ਵਿੱਚ ਇਹ ਗੱਲ ਆਉਂਦੀ ਹੈ ਕਿ ਸੱਚੇ ਪਾਤਸ਼ਾਹ ਜੀ ਤਾਂ ਹੁਕਮ ਕੀਤਾ ਸੀ, ਮੈਂ ਗੱਦੀ ਕਿਸੇ ਨੂੰ ਨਹੀਂ ਦੇਣੀ। ਕਈ ਕਹਿੰਦੇ ਨੇ ਕਿ ਸਤਿਗੁਰੂ ਜਗਜੀਤ ਸਿੰਘ ਜੀ ਬਚਨ ਕਰਦੇ ਸੀ, ਮੈਂ ਗੱਦੀ ਕਿਸੇ ਨੂੰ ਨਹੀਂ ਦੇਣੀ, ਇਹ ਸਤਿਗੁਰੂ ਰਾਮ ਸਿੰਘ ਜੀ ਦੀ ਆ, ਔਰ ਸਤਿਗੁਰੂ ਰਾਮ ਸਿੰਘ ਜੀ ਨੂੰ ਦੇਣੀ ਹੈ, ਉਹਨਾਂ ਨੂੰ ਮੱਥਾ ਟੇਕਣੀ ਹੈ। ਸੇਵਕ ਰਿਸ਼ਪਾਲ ਸਿੰਘ ਜੀ ਇੱਕ ਬਚਨ ਸੁਣਾਇਆ ਕਰਦੇ ਨੇ ਕਿ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਇੱਕ ਦਿਨ ਕੋਠੀ 'ਚ ਬੈਠੇ ਤੇ ਹਜ਼ੂਰ ਸਤਿਗੁਰੂ ਜੀ ਕੋਲ ਬੈਠੇ ਸਨ, ਤੇ ਸੱਚੇ ਪਾਤਸ਼ਾਹ ਬਚਨ ਕੀਤਾ ਕਿ ਕਾਕਾ, ਸਤਿਗੁਰੂ ਰਾਮ ਸਿੰਘ ਜੀ ਨੇ ਆਉਣਾ ਆ। ਇਹ ਸੱਚੇ ਪਾਤਸ਼ਾਹ ਆਪਣੇ ਦੋਵੇਂ ਹੱਥ ਜੋੜ ਲਏ, ਦੋਵੇਂ ਹੱਥ ਜੋੜ ਕੇ ਅਗਲਾ ਬਚਨ ਕੀਤਾ, ਮੈਂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਜ਼ ਕਰਨੀ ਆ ਕਿ ਸੱਚੇ ਪਾਤਸ਼ਾਹ ਜੀ ਕਾਕੇ ਦੇ ਸਿਰ ਤੇ ਹੱਥ ਰੱਖੋ। ਹੁਣ ਸਾਧ ਸੰਗਤ ਜੀ, ਜੇ ਸੱਚਪਾ ਬਚਨ ਕੀਤਾ ਕਿ ਸਤਿਗੁਰੂ ਰਾਮ ਸਿੰਘ ਜੀ ਨੇ ਆਉਣਾ ਆ, ਇਹ ਗੱਦੀ ਮੈਂ ਉਹਨਾਂ ਨੂੰ ਦੇਣੀ ਹੈ। ਆਪਾਂ ਸਾਰਿਆਂ ਨੇ ਬੜੀ ਵਾਰੀ ਇਹ ਬਚਨ, ਕਈਆਂ ਨੇ ਸੁਣਿਆ ਹੋਏਗਾ ਜਾਂ ਕਿਸੇ ਨੇ ਕੋਲ ਬੈਠ ਕੇ ਸੁਣਿਆ ਹੋਏਗਾ ਜਾਂ ਅਸੀਂ ਕਿਸੇ ਕੋਲੋਂ ਸੁਣਿਆ ਹੋਏਗਾ। ਹੁਣ ਇਹਦੇ ਵਿੱਚ ਦੋ ਗੱਲਾਂ ਨੇ, ਕੀ ਸਤਿਗੁਰੂ ਰਾਮ ਸਿੰਘ ਨਹੀਂ ਆਏ ਹੋਣਗੇ, ਜਾਂ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੇਹ ਦਾ ਓਲਾ ਕਰਦੇ ਨੇ, ਤਾਂ ਕੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨਹੀਂ ਆਏ ਹੋਣਗੇ? ਕੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇਹ ਪ੍ਰਵਚਨ ਝੂਠਾ ਆ ਕਿ ਸੱਚੇ ਪਾਤਸ਼ਾਹ ਨੇ ਆਉਣਾ ਆ ਤੇ ਉਹ ਨਹੀਂ ਨਾ ਆਏ ਹੋਣ? ਜ਼ਰੂਰ ਆਏ ਹੋਣਗੇ। ਤੇ ਸੱਚੇ ਪਾਤਸ਼ਾਹ ਜੀ ਦੇ ਆਪਣੇ ਬਚਨ ਦੇ ਅਨੁਸਾਰ, ਆਪਣੇ ਹੁਕਮ ਦੇ ਅਨੁਸਾਰ ਕਿ ਸਤਿਗੁਰੂ ਰਾਮ ਸਿੰਘ ਜੀ ਨੇ ਆਉਣਾ ਆ, ਮੈਂ ਦੋਵੇਂ ਹੱਥ ਜੋੜ ਕੇ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਜ਼ ਕਰਨੀ ਹੈ ਕਿ ਸੱਚੇ ਪਾਤਸ਼ਾਹ ਕਾਕੇ ਛੋਟੇ ਦੇ ਸਿਰ ਤੇ ਹੱਥ ਰੱਖੋ। ਤੇ ਕੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੀ ਅਰਜ਼ ਮੰਨ ਕੇ ਸਤਿਗੁਰੂ ਰਾਮ ਸਿੰਘ ਜੀ ਨੇ, ਕਿਉਂਕਿ ਸਤਿਗੁਰੂ ਜਗਜੀਤ ਸਿੰਘ ਜੀ ਵੀ ਸਤਿਗੁਰੂ ਰਾਮ ਸਿੰਘ ਜੀ ਦੇ ਸਿੱਖ ਸਨ, ਸਾਡੇ ਸਤਿਗੁਰੂ ਸਨ, ਸਤਿਗੁਰੂ ਰਾਮ ਸਿੰਘ ਦੇ ਸਿੱਖ ਸਨ, ਸਤਿਗੁਰੂ ਪ੍ਰਤਾਪ ਸਿੰਘ ਦੇ ਸਿੱਖ ਸਨ। ਕੀ ਸੱਚੇ ਪਾਤਸ਼ਾਹ ਜੀ ਨੇ ਹਜ਼ੂਰ ਸਤਿਗੁਰੂ ਜੀ ਦੇ ਸਿਰ ਤੇ ਹੱਥ ਨਹੀਂ ਰੱਖਿਆ ਹੋਵੇਗਾ? ਇਹ ਸਤਿਗੁਰੂ ਰਾਮ ਸਿੰਘ ਜੀ ਦਾ ਪਵਿੱਤਰ ਹਸਤਕਮਲ ਹੀ ਸਤਿਗੁਰੂ ਉਦੇ ਸਿੰਘ ਜੀ ਦੇ ਸੀਸ ਦੇ ਉੱਤੇ ਸੀ। ਉਹਨਾਂ ਦੀ ਹੀ ਪਵਿੱਤਰ ਸਤਿਗੁਰੂ ਜਗਜੀਤ ਸਿੰਘ ਜੀ ਦੀ ਜੋਤ ਹੀ ਸਤਿਗੁਰੂ ਉਦੇ ਸਿੰਘ ਜੀ ਦੇ ਵਿੱਚ ਪ੍ਰਜਵਲਿਤ ਹੋਈ ਕਿ ਸਾਨੂੰ ਅੱਜ ਵੇਖਣ ਨੂੰ ਮਿਲਦਾ ਕਿ ਆਹ 7 ਸਾਲ ਹੋ ਗਏ ਨੇ, 8ਵਾਂ ਸਾਲ, 8 ਸਾਲ, ਕਿ ਕਿਸ ਤਰ੍ਹਾਂ, ਕੈਸੇ ਹਾਲਾਤ ਸਨ ਉਸ ਵਕਤ, ਕੈਸਾ ਸਮਾਂ ਸੀ ਉਸ ਵਕਤ, ਤੇ ਸੱਚੇ ਪਾਤਸ਼ਾਹ ਜੀ ਨੇ ਕਿਸ ਤਰ੍ਹਾਂ ਕਿਰਪਾ ਕੀਤੀ ਆ, ਉਸੇ ਨਾਮ ਬਾਣੀ ਦੇ ਪ੍ਰਤਾਪ ਨੂੰ ਕਿਸ ਤਰ੍ਹਾਂ ਅੱਜ ਸਤਿਗੁਰੂ ਜਗਜੀਤ ਸਿੰਘ ਜੀ ਦਾ ਪ੍ਰਤਾਪ ਚ ਸਤਿਗੁਰੂ ਦੇ ਸਿੰਘ ਜੀ ਦੀ ਜੈ ਜੈਕਾਰ ਸੰਸਾਰ ਦੇ ਵਿੱਚ ਹੋ ਰਹੀ ਹੈ। ਸੱਚੇ ਪਾਤਸ਼ਾਹ ਗੁਰਗੱਦੀ ਤੇ ਜਦੋਂ ਸੁਭਾਇਮਾਨ ਹੋਏ ਤਾਂ ਸੱਚੇ ਪਾਤਸ਼ਾਹ ਜੀ ਦੇ ਕੋਲ ਪੱਤਰਕਾਰ ਆਏ। ਪੱਤਰਕਾਰਾਂ ਨੇ ਅਰਜ਼ ਕੀਤੀ, ਜੀ ਹੁਣ ਆਪ ਜੀ ਦਾ ਕੀ ਪ੍ਰੋਗਰਾਮ ਹੋਏਗਾ? ਸੱਚੇ ਪਾਤਸ਼ਾਹ ਹੁਕਮ ਕੀਤਾ ਕਿ ਸਾਡਾ ਕਿਹੜਾ ਪ੍ਰੋਗਰਾਮ ਹੋਏਗਾ? ਪ੍ਰੋਗਰਾਮ ਤਾਂ ਜੋ ਸਤਿਗੁਰੂ ਜਗਜੀਤ ਸਿੰਘ ਜੀ ਸਾਨੂੰ ਦੇ ਗਏ ਨੇ, ਉਹ ਏਡਾ ਵੱਡਾ ਪ੍ਰੋਗਰਾਮ ਆ ਕਿ ਸੱਚੇ ਪਾਤਸ਼ਾਹ ਕਿਰਪਾ ਕਰਨਾ ਸੀ ਉਸੇ ਨੂੰ ਅੱਗੇ ਲੈ ਕੇ ਜਾ ਸਕੇ। ਔਰ ਮੈਂ ਉਸੇ ਦਿਨ ਦੀ, ਮੈਂ ਖਿਮਾ ਚਾਹੁੰਦਾ ਕਿ ਮੈਂ ਉਸੇ ਦਿਨ ਦੀ ਫੇਰ ਅਰਜ਼ ਕਰਦਾ ਆ। ਅਗਲੇ ਦਿਨ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਵੇਲੇ ਰਾਖ, ਪਵਿੱਤਰ ਰਾਖ ਨੂੰ ਇਕੱਤਰ ਕੀਤਾ ਗਿਆ ਅੰਗੀਠੇ ਤੋਂ ਪਵਿੱਤਰ ਰਾਖ ਨੂੰ ਇਕੱਤਰ ਕਰਕੇ ਨੀਲੋਂ ਸੱਚੇ ਪਾਤਸ਼ਾਹ ਜੀ ਦੇ ਡੇਰੇ ਤੇ ਲਿਜਾਇਆ ਗਿਆ। ਉਹ ਪਵਿੱਤਰ ਡੇਰਾ ਜਿੱਥੇ ਸਤਿਗੁਰੂ ਪ੍ਰਤਾਪ ਸਿੰਘ ਜੀ ਦਾ ਤਪ ਸਥਾਨ ਸੀ, ਸਤਿਗੁਰੂ ਜਗਜੀਤ ਸਿੰਘ ਜੀ ਦਾ ਤਪ ਸਥਾਨ ਸੀ, ਤੇ ਅੱਜ ਵੀ ਉਹ ਪਵਿੱਤਰ ਡੇਰੇ ਤੇ ਸੱਚੇ ਪਾਤਸ਼ਾਹ ਜੀ ਦੇ ਉਸ ਪਵਿੱਤਰ ਰਾਖ ਨੂੰ ਜਲ ਦੇ ਵਿੱਚ ਪ੍ਰਵਾਹਿਤ ਕੀਤਾ ਗਿਆ। ਔਰ ਜਿੱਦਣ ਅਗਲੇ ਦਿਨ ਫਿਰ ਆਣ ਕੇ ਆਸਾ ਦੀ ਵਾਰ ਲੱਗੀ ਆ, ਉਸ ਦਿਨ ਗੁਰਗੱਦੀ ਤੇ ਆਸਣ ਤੇ ਨਹੀਂ ਸੀ ਕੋਈ ਬੈਠਾ। ਭੁੱਲਾ ਜੀ, ਹਰਬੰਸ ਸਿੰਘ ਭੁੱਲਾ ਜੀ ਨੇ ਮੇਰੇ ਸਾਹਮਣੇ
ਆਖਿਆ ਕਿਉਂਕਿ ਰਾਗੀ ਸਾਰੇ ਵਿਰਾਗੀ ਸਨ, ਰਾਗੀ ਬਲਵੰਤ ਸਿੰਘ ਉਹਨਾਂ ਨੂੰ, ਕਿ ਰਾਜੇ, ਉਹਨਾਂ ਦਾ ਛੋਟਾ ਨਾਮ ਰਾਜਾ ਆ, ਕਿ ਰਾਜੇ ਇਹਨਾਂ ਦੀ ਹਜ਼ੂਰੀ ਦੇ ਵਿੱਚ ਪਹਿਲੀ ਆਸਾ ਦੀ ਵਾਰ ਹੋਣੀ ਹੈ, ਹੌਸਲਾ ਰੱਖ, ਸਤਿਗੁਰੂ ਜਗਜੀਤ ਸਿੰਘ ਜੀ ਇੱਥੇ ਹੀ ਨੇ, ਤੇ ਆਪਾਂ ਵਾਰ ਦੇ ਵਿੱਚ ਜਾਣਾ ਆ, ਆਪਾਂ ਵਾਰ ਲਾਉਣੀ ਆ, ਆਪਾਂ ਕੀਰਤਨ ਕਰਨਾ ਆ। ਇਸ ਤਰ੍ਹਾਂ ਸਿੱਖਾਂ ਨੇ ਇੱਕ ਦੂਸਰੇ ਨੂੰ ਹੌਸਲੇ ਦਿੱਤੇ, ਸਾਰਿਆਂ ਨੇ। ਤੇ ਪੂਰਵਾ ਜੀ, ਮਹਿੰਦਰ ਸਿੰਘ ਪੂਰਵਾ ਜੀ ਉੱਥੇ ਬੈਠੇ ਸਨ। ਉਹਨਾਂ ਆਖਿਆ ਇਹਨਾਂ ਸਤਿਗੁਰੂ ਜੀ ਨੂੰ ਕਿ ਆਪ ਜੀ ਕਿਉਂ ਨਹੀਂ ਬਹਿੰਦੇ ਹੈਗੇ ਇੱਥੇ ਆਸਣ ਤੇ। ਸਤਿਗੁਰੂ ਜੀ ਵੀ, ਹਜ਼ੂਰ ਸਤਿਗੁਰੂ ਜੀ ਵੀ ਵੈਰਾਗੀ ਸਨ, ਬਹੁਤ ਵੈਰਾਗ ਵਿੱਚ ਸਨ, ਤੇ ਇਹ ਥੋੜਾ ਜਿਹਾ ਪੂਰਵਾ ਜੀ ਨੂੰ ਨਾਲ ਨਾਰਾਜ਼ ਵੀ ਹੋਏ ਕਿ ਤੁਸੀਂ ਮੈਨੂੰ ਇਸ ਤਰ੍ਹਾਂ ਕਿਉਂ ਕਹਿੰਦੇ, ਮੈਂ ਸੱਚਪਾਤ ਦੀ ਜਗ੍ਹਾ ਤੇ ਕਿਸ ਤਰ੍ਹਾਂ ਬਹਿ ਸਕਦਾ। ਮਾਤਾ ਜੀ ਨੇ ਅਰਜ਼ ਕੀਤੀ ਹਜ਼ੂਰ ਸਤਿਗੁਰੂ ਜੀ ਦੇ ਕੋਲ ਕਿ ਆਪ ਜੀ ਕਿਰਪਾ ਕਰੋ, ਆਪ ਜੀ ਬੈਠੋ, ਆਪ ਜੀ ਵਾਸਤੇ ਹੁਕਮ ਹੈ। ਆਪ ਜੀ ਹੁਣ ਸਾਧ ਸੰਗਤ ਨੇ ਕਿੱਥੇ ਜਾਣਾ ਹੈ, ਸਾਧ ਸੰਗਤ ਨੇ ਨੂੰ ਕੋਈ ਹੋਰ ਸਹਾਰਾ ਨਹੀਂ ਹੈ, ਆਪ ਜੀ ਵਾਸਤੇ ਹੀ ਹੁਕਮ ਹੈ, ਸੱਚੇ ਪਾਤਸ਼ਾਹ ਆਪ ਜੀ ਵਾਸਤੇ ਹੀ ਹੁਕਮ ਕੀਤਾ ਹੈ, ਔਰ ਆਪ ਜੀ ਹੀ ਇਸ ਨੂੰ ਸਾਰਾ ਸੰਭਾਲਣਾ ਹੈ, ਤੁਸੀਂ ਸੱਚੇ ਪਾਤਸ਼ਾਹ ਜੀ ਦੇ ਬੇਟਾ ਜੀ ਹੋ। ਇੱਥੇ ਮੈਂ ਇੱਕ ਗੱਲ ਛੋਟੀ ਜਿਹੀ ਹੋਰ ਸੁਣਾਉਣੀ ਹੈ, ਮੇਰਾ ਦਿੱਤਾ ਟਾਈਮ ਵੀ ਸ਼ਾਇਦ ਜ਼ਿਆਦਾ ਹੋ ਗਿਆ। ਸੱਚੇ ਪਾਤਸ਼ਾਹ ਜੀ ਸੇਵਕ ਰਛਪਾਲ ਸਿੰਘ ਜੀ ਦੀ ਡਾਇਰੀ 'ਚ ਲਿਖਿਆ ਆ, ਉਹਨਾਂ ਨੇ ਇੱਕ ਬਚਨ ਸੁਣਾਇਆ ਸੀ। ਸੱਚੇ ਪਾਤਸ਼ਾਹ ਜੀ ਦਾ ਇੱਕ ਪ੍ਰੋਟੋਕਾਲ ਹੁੰਦਾ ਆ। ਸੱਚੇ ਪਾਤਸ਼ਾਹ ਜੀ ਦੀ ਜਿਹੜੀ ਕਾਰ ਵੀ ਆ, ਤੇ ਪਹਿਲਾਂ ਸਤਿਗੁਰੂ ਜੀ ਪਹਿਲੇ ਜ਼ਮਾਨਿਆਂ 'ਚ ਸੱਚੇ ਪਾਤਸ਼ਾਹ ਘੋੜੇ ਰੱਖਿਆ ਕਰਦੇ ਸਨ, ਘੋੜੀਆਂ ਰੱਖਿਆ ਕਰਦੇ ਸਨ। ਹੁਣ ਜਿਉਂ-ਜਿਉਂ ਸਮਾਂ ਬਦਲਿਆ, ਵਕਤ ਬਦਲਿਆ, ਕਾਰਾਂ ਨੇ, ਹਵਾਈ ਜਹਾਜ਼, ਸਾਰਾ ਕੁਛ। ਸੱਚੇ ਪਾਤਸ਼ਾਹ ਜਿਹੜੀ ਕਾਰ ਆ, ਉਹਦੇ ਤੇ ਸਤਿਗੁਰੂ ਜੀ ਤੋਂ ਬਿਨਾਂ ਸਵਾਰੀ ਕੋਈ ਨਹੀਂ ਕਰਦਾ। ਸੇਵਕ ਵੀ ਉਦੋਂ ਬੈਠਣਗੇ ਜਦੋਂ ਸੱਚੇ ਪਾਤਸ਼ਾਹ ਜੀ ਦਰਸ਼ਨ ਦੇ ਰਹੇ ਹੋਣਗੇ, ਮੋਸਟਲੀ। ਸੱਚੇ ਪਾਤਸ਼ਾਹ ਜੀ ਦੀ ਮੇਬੈਕ ਕਾਰ ਆਈ, ਤੇ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਸਤਿਗੁਰੂ ਜੀ ਉਦੋਂ ਸ੍ਰੀ ਭੈਣੀ ਸਾਹਿਬ ਸਨ, ਸ੍ਰੀ ਠਾਕਰ ਉਦੇ ਸਿੰਘ ਜੀ ਦੇ ਰੂਪ ਦੇ ਵਿੱਚ। ਤੇ ਇਹਨਾਂ ਲੁਧਿਆਣੇ ਜਾਣਾ ਸੀ। ਸਤਿਗੁਰੂ ਪ੍ਰਤਾਪ ਸਿੰਘ ਹਸਪਤਾਲ ਜੋ ਹੈ, ਉਸ ਵੇਲੇ ਉਦੋਂ ਸਤਿਗੁਰੂ ਪ੍ਰਤਾਪ ਸਿੰਘ ਅਪੋਲੋ ਹਸਪਤਾਲ ਸੀ, ਹੁਣ ਤਾਂ ਸਿਰਫ ਐਸਪੀਐਸ ਹਸਪਤਾਲ ਹੈ, ਸਤਿਗੁਰੂ ਪ੍ਰਤਾਪ ਸਿੰਘ ਹਸਪਤਾਲ। ਉਸ ਵਕਤ ਲੁਧਿਆਣਾ ਸੱਚੇ ਪਾਤਸ਼ਾਹ ਜੀ ਨੇ ਪੁੱਛਿਆ ਸੇਵਕਾਂ ਨੂੰ ਕਿ ਕਾਕਾ ਕਿੱਥੇ ਆ। ਉਹਨਾਂ ਨੂੰ ਇਹਨੇ ਕਨਫਰਮ ਨਹੀਂ ਸੀ। ਉਹਨਾਂ ਨੇ ਆਖਿਆ, ਗਰੀਬ ਨਵਾਜ ਜੀ ਉਹ ਲੁਧਿਆਣੇ ਚਲੇ ਗਏ ਨੇ ਹਸਪਤਾਲ। ਇੰਨੀ ਦੇਰ ਨੂੰ ਸ੍ਰੀ ਉਦੇ ਸਿੰਘ ਜੀ, ਕਿਉਂਕਿ ਸੱਚੇ ਪਾਤਸ਼ਾਹ ਦਾ ਬਚਨ ਹੁਕਮ ਸੀਗਾ ਕਿ ਸ੍ਰੀ ਉਦੇ ਸਿੰਘ ਜੀ ਆਖਣਾ ਆ ਇਹਨਾਂ ਨੂੰ। ਉਹ ਆਏ, ਇਹ ਆਣ ਕੇ ਇਹਨਾਂ ਨੇ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਮੱਥਾ ਟੇਕਿਆ, ਤੇ ਸੱਚੇ ਪਾਤਸ਼ਾਹ ਹੁਕਮ ਕੀਤਾ, ਕਾਕਾ ਤੂੰ ਤਾਂ ਲੁਧਿਆਣੇ ਚਲਾ ਗਿਆ ਸੋ। ਇਹਨਾਂ ਅਰਜ਼ੀ ਕੀਤੀ, ਗਰੀਬ ਨਵਾਜ ਜੀ ਮੈਂ ਆਗਿਆ ਲੈਣ ਆਇਆ ਹਾਂ, ਆਪ ਜੀ ਕੋਲੋਂ ਆਗਿਆ ਲੈ ਕੇ ਹੀ ਜਾਣਾ ਸੀ, ਮੈਂ ਇੱਥੇ ਹੀ ਸਾਂ। ਸੱਚੇ ਪਾਤਸ਼ਾਹ ਹੁਕਮ ਕੀਤਾ, ਕਾਕਾ ਤੂੰ ਮੇਰੀ ਕਾਰ ਲੈ ਕੇ ਜਾਣੀ ਹੈ। ਤੇ ਸੱਚੇ ਪਾਤਸ਼ਾਹ ਜੀ ਨੇ ਆਪਣੀ ਕਾਰ ਦੇ ਕੇ ਹਜ਼ੂਰ ਸਤਿਗੁਰੂ ਜੀ ਨੂੰ ਭੇਜਿਆ। ਔਰ ਆਪਾਂ ਸਾਰਿਆਂ ਨੂੰ ਇਹ ਵੀ ਯਾਦ ਆ, ਸਤਿਯੁਗ ਦੇ ਵਿੱਚ ਵੀ ਆਇਆ ਸੀ ਕਿ ਜਦ ਬਹੁਤ ਸਾਰੇ ਕੁਛ ਅਰਾਜਕਤਾਵਾਦੀ ਲੋਕ ਜਿਹੜੇ ਸਨ, ਨਾਮਧਾਰੀ ਪੰਥ ਨੂੰ ਦੁਬਿਧਾ ਵਿੱਚ ਦਿਖਾਉਣਾ ਚਾਹੁੰਦੇ ਸਨ, ਕਿਉਂਕਿ ਦੁਬਿਧਾ ਵਿੱਚ ਉਹ ਆਪ ਰਹੇ ਨੇ, ਉਹ ਦਿਖਾਉਣਾ ਚਾਹੁੰਦੇ ਸਨ ਕਿ ਦੁਬਿਧਾ ਵਿੱਚ ਹੈ। ਤੇ ਬਹੁਤ ਸਾਰੀਆਂ ਮੀਟਿੰਗਾਂ, ਬਹੁਤ ਸਾਰੀਆਂ ਗੱਲਾਂ ਉਹ ਐਸੀਆਂ ਕਰਦੇ ਸਨ ਕਿ ਸੱਚੇ ਪਾਤਸ਼ਾਹ ਜੀ ਦੇ ਕੋਲ ਸਤਿਗੁਰੂ ਜੀ ਦੇ ਕੋਲ ਚਰਨਾਂ 'ਚ ਅਰਜ਼ ਕੀਤੀ ਹਜ਼ੂਰ ਸਤਿਗੁਰੂ ਜੀ ਨੇ ਉਦੋਂ ਕਿ ਗਰੀਬ ਨਵਾਜ ਜੀ ਆਪ ਜੀ ਕਿਰਪਾ ਕਰੋ ਕਿ ਇਹਨਾਂ ਨੂੰ ਸਾਰਿਆਂ ਨੂੰ ਸਮੱਤ ਆਵੇ, ਆਪ ਜੀ ਬਖਸ਼ਿਸ਼ ਕਰੋ। ਸਤਿਗੁਰੂ ਜਗਜੀਤ ਸਿੰਘ ਜੀ ਬਚਨ ਕੀਤਾ ਹਜ਼ੂਰ ਸਤਿਗੁਰੂ ਜੀ ਨੂੰ ਕਿ ਕਾਕਾ ਤੁਸੀਂ ਆਪ ਹੀ ਸਾਰਾ ਕੁਝ ਠੀਕ ਕਰ ਲੈਣਾ ਹੈ। ਇਸ ਤਰ੍ਹਾਂ ਦੇ ਬਹੁਤ ਸਾਰੇ ਬਚਨ ਜਿਹੜੇ ਅਸੀਂ ਹਜ਼ੂਰ ਸਤਿਗੁਰੂ ਜੀ ਦੇ ਬਾਬਤ ਭਵਿੱਖਤ ਵਾਕ ਜਿਹੜੇ ਸੀ, ਭਵਿੱਖਤ ਬਚਨ ਜਿਹੜੇ ਸੀ, ਉਹ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਨ। ਔਰ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਸਾਡੇ ਤੇ ਇੰਨੀ ਕਿਰਪਾ ਕੀਤੀ, ਸਾਨੂੰ ਸਾਰਾ ਕੁਝ ਦਿੱਤਾ, ਉਸ ਤੋਂ ਸਾਰਿਆਂ ਪਦਾਰਥਾਂ ਨਾਲੋਂ ਵੀ ਵੱਧ ਕੇ ਅਧਿਆਤਮਵਾਦ ਬਖਸ਼ਿਆ, ਸਾਨੂੰ ਗੁਰਬਾਣੀ ਦੇ ਗਿਆਤਾ ਬਣਾਇਆ, ਸਾਨੂੰ ਕੀਰਤਨ ਕਰਨ ਵਾਲੇ ਬਣਾਇਆ, ਸਾਨੂੰ ਭਜਨ ਬੰਦਗੀ ਕਰਨ ਵਾਲੇ ਬਣਾਇਆ, ਸਾਨੂੰ ਨੇਮ ਸੁੱਚ ਸੰਜਮ ਰੱਖਣ ਵਾਲੇ ਬਣਾਇਆ। ਇੰਨੀਆਂ ਬਖਸ਼ਿਸ਼ਾਂ ਕੀਤੀਆਂ ਜਿਨ੍ਹਾਂ ਦਾ ਅਸੀਂ ਵਿਖਿਆ ਨਹੀਂ ਕਰ ਸਕਦੇ, ਜਿਨ੍ਹਾਂ ਦਾ ਅੰਤ ਨਹੀਂ, ਜਿਨ੍ਹਾਂ ਨੂੰ ਲਿਖਿਆ ਨਹੀਂ ਜਾ ਸਕਦਾ, ਸ਼ਾਬਦਿਕ ਤੌਰ ਤੇ ਬੋਲਿਆ ਜਾਂ ਦੱਸਿਆ ਨਹੀਂ ਜਾ ਸਕਦਾ। ਉਸ ਤੋਂ ਸਭ ਨਾਲੋਂ ਵੱਧ ਵੱਡੀ ਕਿਰਪਾ ਸੱਚੇ ਪਾਤਸ਼ਾਹ ਜੀ ਇਹ ਕੀਤੀ ਕਿ ਸਾਨੂੰ ਅਨਾਥ ਨਹੀਂ ਹੋਣ ਦਿੱਤਾ। ਸਾਡਾ ਹੱਥ ਇੱਕ ਐਸੇ ਸਮਰੱਥ ਸਤਿਗੁਰੂ ਦੇ ਹੱਥ ਵਿੱਚ ਆਪਣੀ ਹੀ ਜੋਤ ਦੇ ਸਿਰਫ ਆਪਣਾ ਕਹਿੰਦੇ ਆ ਇੱਕ ਜਾਮਾ ਬਦਲ ਕੇ ਐਸਾ ਪ੍ਰਤੱਖ ਹੋ ਕੇ ਸੱਚੇ ਪਾਤਸ਼ਾਹ ਜੀ ਨੇ ਸਤਿਗੁਰੂ ਉਦੇ ਸਿੰਘ ਜੀ ਦੇ ਹੱਥਾਂ ਦੇ ਵਿੱਚ ਨਾਮਧਾਰੀ ਪੰਥ ਦੀ ਵਾਗਡੋਰ ਸੰਭਾਲੀ ਹੈ। ਸਤਿਗੁਰੂ ਜਗਜੀਤ ਸਿੰਘ ਜੀ ਦਾ
ਇਹ ਜੋ ਦੇ ਕਰਕੇ ਵਿਛੋੜੇ ਦਾ ਦਿਨ ਹੈ। ਸੱਚੇ ਪਾਤਸ਼ਾਹ ਜੀ ਬਚਨ ਕਰਿਆ ਕਰਦੇ ਨੇ ਸਤਿਗੁਰੂ ਉਦੇ ਸਿੰਘ ਜੀ ਕਿ ਸੱਚੇ ਪਾਤਸ਼ਾਹ ਜੀ ਸਾਡੇ ਵਿੱਚ ਹੀ ਨੇ ਔਰ ਅਸੀਂ ਉਹਨਾਂ ਨੂੰ ਮਹਿਸੂਸ ਕਰੀਏ। ਸਾਨੂੰ ਜ਼ਰੂਰਤ ਹੈ ਸੱਚੇ ਪਾਤਸ਼ਾਹ ਨੂੰ ਮਹਿਸੂਸ ਕਰਨ ਦੀ। ਇੱਕ ਹਿੰਦੀ ਦਾ ਸ਼ੇਰ ਆ ਕਿ नजर के सामने नहीं ये अलग बात है, खुशबू बता रही है कहीं आस पास हो। ਕਿ ਤੁਹਾਡੀ ਖੁਸ਼ਬੂ ਜਿਹੜੀ ਸੱਚੇ ਪਾਤਸ਼ਾਹ ਉਹ ਦੱਸ ਰਹੀ ਹੈ ਤੇਰੇ ਸਿੱਖਾਂ ਦੇ ਵਿੱਚੋਂ ਆਉਂਦੀ ਖੁਸ਼ਬੂ, ਨਾਮ ਬਾੜੀ ਦੀ ਖੁਸ਼ਬੂ, ਤੇਰੀਆਂ ਕਿਰਪਾ, ਤੇਰੀ ਬਖਸ਼ਿਸ਼ ਦੀ ਖੁਸ਼ਬੂ ਕਿ ਤੂੰ ਸਾਡੇ ਆਸ-ਪਾਸ ਹੈ। ਸਦਾ ਅੰਗ ਸੰਗੇ ਅਭੰਗਨ ਵਿਭੂਤੇ। ਸੋ ਸੱਚੇ ਪਾਤਸ਼ਾਹ ਜੀ ਦਾ ਇਹ ਦੇਹ ਕਰਕੇ ਵਿਛੋੜੇ ਦਾ ਦਿਨ ਸਾਡੇ ਵਾਸਤੇ ਇੱਕ ਵੱਡਾ ਸੱਲ ਹੈ। ਧੰਨ ਨੇ ਉਹ ਸਿੱਖ ਜਿਨ੍ਹਾਂ ਨੇ ਉਹਨਾਂ ਦੀ ਕਿਰਪਾ ਦੇ ਨਾਲ, ਜਿਸ ਤਰ੍ਹਾਂ ਸੰਤ ਪਰਮਜੀਤ ਸਿੰਘ ਨੋਟੇ ਉਹਨਾਂ ਨੇ ਦੱਸਿਆ ਸੀ ਕਿ ਇਹਨਾਂ ਨੇ ਤਾਂ ਸਤਿਗੁਰੂ ਪ੍ਰਤਾਪ ਸਿੰਘ ਜੀ ਦਾ ਵਿਛੋੜਾ ਵੀ ਦੇਖਿਆ ਔਰ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦਾ ਵਿਛੋੜਾ ਵੀ ਇਹਨਾਂ ਨੇ ਆਪਣੇ ਸੀਨੇ ਤੇ ਸਹਿਆ ਆ। ਬਹੁਤ ਸਾਰੇ ਸਿੱਖਾਂ ਨੇ, ਪਰ ਵੱਡੀ ਬਖਸ਼ਿਸ਼ ਹੈ ਕਿ ਉਸ ਜੋਤ ਤੇ ਭਰੋਸਾ ਰੱਖਿਆ ਔਰ ਉਹਦੀ ਕਿਰਪਾ ਦੇ ਨਾਲ। ਤੇ ਮੈਂ ਫੇਰ ਅਰਜ਼ ਕਰ ਦੇਵਾਂ ਕਿ ਉਹਦੀ ਕਿਰਪਾ ਦੇ ਨਾਲ ਸਿੱਖ ਦੇ ਹੱਥ ਵਿੱਚ ਕੁਝ ਨਹੀਂ ਹੈ। ਸਿੱਖ ਤਾਂ ਹਮੇਸ਼ਾ ਹੀ ਪੁੱਸਰ ਜਾਂਦਾ ਹੈ, ਭੁੱਲ ਜਾਂਦਾ ਹੈ, ਦਾਤ ਲੈ ਕੇ ਦਤਾਰ ਨੂੰ ਵਿਸਾਰ ਦਿੰਦਾ ਹੈ, ਕਿਉਂਕਿ ਅਸੀਂ ਆਪਣੀਆਂ ਛੋਟੀਆਂ-ਛੋਟੀਆਂ ਲਾਲਚਾਂ ਦੇ ਵਿੱਚ ਫਸੇ ਰਹਿੰਦੇ ਹਾਂ, ਛੋਟੀਆਂ-ਛੋਟੀਆਂ ਗੱਲਾਂ ਦੇ ਵਿੱਚ ਫਸੇ ਰਹਿੰਦੇ ਹਾਂ। ਹਾਂ, ਸਤਿਗੁਰੂ ਜੀ ਹੀ ਕਿਰਪਾ ਕਰਨ, ਬਖਸ਼ਿਸ਼ ਕਰਨ ਤਾਂ ਉਹ ਜਿਹੜਾ ਆ ਇਹ ਹਿਰਦੇ ਉਹਦੇ ਤੇ ਚਰਨਾਂ ਤੇ ਇਤਬਾਰੀ ਹੋ ਸਕਦੀ ਆ। ਇੱਕ ਛੋਟੀ ਜਿਹੀ ਗੱਲ ਮੈਂ ਮਾਸਟਰ ਅਮਰੀਕ ਸਿੰਘ ਹੁਣਾਂ ਦੀ ਸੁਣਾ ਕੇ ਆਪਣੀ ਗੱਲ ਨੂੰ ਵਿਰਾਮ ਦੇਣਾ ਆ। ਮਾਸਟਰ ਅਮਰੀਕ ਸਿੰਘ ਹੁਣੀ ਅਹ ਕਹਿੰਦੇ ਸਨ ਕਿ ਅਸੀਂ ਉਹਨਾਂ ਨੂੰ ਆਖਿਆ ਕਿ ਮਾਸਟਰ ਜੀ ਬੜੀ ਦੇਰ ਦੀ ਗੱਲ ਆ ਵੀ ਮਾਸਟਰ ਜੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਿਆਰ ਵਿੱਚ ਐਸੀ ਕਿਹੜੀ ਕਮੀ ਰਹਿ ਗਈ ਜਿਹੜੀ ਅੱਜ ਵੀ ਤੁਸੀਂ ਜਿਹੜੇ ਪੁਰਾਣੇ ਸਿੱਖ ਨੇ ਜਾਂ ਹੋਰ ਪੁਰਾਣੇ ਸਿੱਖ ਨੇ ਤੁਹਾਡੇ ਉਮਰ ਦੇ, ਉਹ ਹਲੇ ਵੀ ਸਤਿਗੁਰੂ ਪ੍ਰਤਾਪ ਸਿੰਘ ਜੀ ਨੂੰ ਯਾਦ ਕਰਦੇ ਕਰਦੇ ਹੌਕਾ ਭਰਦੇ ਨੇ। ਮਾਸਟਰ ਜੀ ਕਹਿੰਦੇ ਮੈਂ ਤੁਹਾਨੂੰ ਇੱਕ ਦੁਨੀਆਦਾਰੀ ਦੀ ਐਗਜ਼ਾਮਪਲ ਦਿੰਦਾ। ਸਾਨੂੰ ਮਾਸਟਰ ਜੀ ਨੇ ਉਦਣ ਵੀ ਐਗਜ਼ਾਮਪਲ ਦਿੱਤੀ। ਕਹਿੰਦੇ ਇੱਕ ਲੜਕੀ ਆਪਣੇ ਘਰ ਵਿੱਚ ਬੜੀ ਸੁਖੀ ਹੁੰਦੀ ਆ ਤੇ ਉਹਦੇ ਮਾਤਾ ਪਿਤਾ ਉਹਨੂੰ ਵਿਆਹ ਦਿੰਦੇ ਨੇ ਹੋਰ ਵੀ ਵਧੀਆ ਸਮਰੱਥ ਪਰਿਵਾਰ ਦੇ ਵਿੱਚ, ਜਿੱਥੇ ਉਹਦੇ ਘਰ ਨਾਲੋਂ ਵੀ ਬਹੁਤ ਜ਼ਿਆਦਾ ਪਦਾਰਥ ਹੁੰਦੇ ਨੇ, ਸੁੱਖ ਸੁਵਿਧਾਵਾਂ ਹੁੰਦੀਆਂ ਨੇ। ਪਰ ਫੇਰ ਵੀ ਉਹ ਕਦੇ ਨਾ ਕਦੇ ਗੱਲ-ਗੱਲ ਤੇ ਆਪਣੇ ਪੇਕਿਆਂ ਦੀ ਗੱਲ ਜ਼ਰੂਰ ਕਰਦੀ ਆ ਕਿ ਸਾਡੇ ਤਾਂ ਇਸ ਤਰ੍ਹਾਂ ਹੁੰਦਾ ਸੀ, ਸਾਡੇ ਤਾਂ ਇਸ ਤਰ੍ਹਾਂ ਹੁੰਦਾ ਸੀ। ਇਹ ਸੁਭਾਵੀ ਗੱਲ ਆ ਕਿ ਚਾਹੇ ਸੱਚੇ ਪਾਤਸ਼ਾਹ ਹਜ਼ੂਰ ਸਤਿਗੁਰੂ ਉਦੇ ਸਿੰਘ ਜੀ ਦੇ ਪਿਆਰ ਵਿੱਚ, ਉਹਨਾਂ ਦੀਆਂ ਬਖਸ਼ਿਸ਼ਾਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ। ਬੜੇ ਬੜੀ ਹੀ ਪਿਆਰ ਬਖਸ਼ਦੇ ਨੇ ਸਾਨੂੰ, ਬੜੀ ਕਿਰਪਾ ਕਰਦੇ ਨੇ, ਉਸੇ ਤਰ੍ਹਾਂ ਹੀ ਕਿਰਪਾ ਕਰਦੇ ਨੇ, ਸ਼ਾਇਦ ਉਸ ਤੋਂ ਵੀ ਵੱਧ ਕਰਦੇ ਨੇ। ਪਰ ਫੇਰ ਵੀ ਇਹ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦਾ ਉਹ ਹਸੂ-ਹਸੂ ਕਰਦਾ ਚਿਹਰਾ, ਉਹ ਤੇਜਸਵੀ ਔਰਾ ਸੱਚੇ ਪਾਤਸ਼ਾਹ ਜੀ ਦਾ, ਉਹ ਪਿਆਰ, ਉਹਨਾਂ ਨਾਲ ਬਿਤਾਇਆ ਆ ਉਹ ਸਮਾਂ, ਉਹਨਾਂ ਦੇ ਵਚਨ, ਉਹਨਾਂ ਦੀ ਆਵਾਜ਼, ਉਹਨਾਂ ਦੀ ਛੋਹ ਜਿਹੜੀ ਆ ਕੋਈ ਵੀ ਸਿੱਖ ਨਹੀਂ ਭੁਲਾ ਸਕਦਾ। ਉਹ ਸੱਚੇ ਪਾਤਸ਼ਾਹ ਕਿਰਪਾ ਕਰਨ ਅਸੀਂ ਭੁਲਾ ਵੀ ਨਾ ਸਕੀਏ, ਕਿਉਂਕਿ ਜਿੰਨਾ ਚਿਰ ਸਾਡੇ ਸਵਾਸ ਨੇ, ਜਿੰਨਾ ਚਿਰ ਸਾਡੀ ਇਹ ਜ਼ਿੰਦਗੀ ਹੈ, ਸਾਡਾ ਰੋਮ-ਰੋਮ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦਾ ਰਿਣੀ ਰਹੇਗਾ। ਉਹਨਾਂ ਦੀ ਯਾਦ ਸਾਡੇ ਮਨ ਦੇ ਵਿੱਚ, ਸਾਡੇ ਚਿੱਤ ਦੇ ਵਿੱਚ ਹਮੇਸ਼ਾ ਹੀ ਵਸਦੀ ਰਵੇ। ਇਹੀ ਸਾਡੀ ਅਰਜ਼ ਹੈ, ਇਹੀ ਸਾਡੀ ਅਰਦਾਸ ਹੈ। ਇੰਨੀ ਅਰਜ਼ ਕਰਦਿਆਂ ਮੈਂ ਆਪ ਜੀ ਤੋਂ ਕੀਮਤ ਦਾ ਜਾਚਕ ਹਾਂ। ਸਤਿ ਸ੍ਰੀ ਅਕਾਲ।